ਵਾਹਿਗੁਰੂ 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 ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਸੁਣਤ ਕੰਤ ਤੇ ਬੰਧਨ ਠਾਨੀ ਦਰਸ਼ਨ ਕਰਿਓ ਸਥਿਰ ਹੈ ਬਥਾਨੀ ਪਤ ਮੂਰਤ ਕੋਰਿ ਦੇ ਬਸਾਈ ਕਰ ਬਹੁ ਨਮੋ ਆਪਨ ਕਰ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾ ਸਰਵਣ ਕਰ ਰਹੇ ਸੀ ਮਾਤਾ ਜੀਤੋ ਜੀ ਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗਣਾ ਤੇ ਜਿਸ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਵੀ ਉਹਨਾਂ ਨੇ ਦੇਖਣੀਆਂ। ਗੁਰੂ ਸਾਹਿਬ ਨੂੰ ਬੇਨਤੀ ਕਰਨੀ ਪਾਤਸ਼ਾਹ ਸਾਹਿਬਜ਼ਾਦਿਆਂ ਤੇ ਇਹ ਭਾਣਾ ਵਰਤੇਗਾ ਇਹਨੂੰ ਰੋਕ ਨਹੀਂ ਸਕਦੇ। ਪਾਤਸ਼ਾਹ ਕਹਿੰਦੇ ਇਹ ਭਾਣਾ ਤਾਂ ਇੱਦਾਂ ਹੀ ਵਰਤਣਾ ਹੈ ਪਰਮੇਸ਼ਰ ਦੇ ਹੁਕਮ ਅੰਦਰ ਹੀ ਚੱਲਣਾ ਪੈਣਾ ਹੈ। ਤੇ ਮਾਤਾ ਜੀ ਕਹਿੰਦੇ ਜੀ ਮੈਥੋਂ ਤਾਂ ਫਿਰ ਇਹ ਦੇਖਿਆ ਨਹੀਂ ਜਾਣਾ ਤੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਪਹਿਲਾਂ ਚਲੇ ਜਾਓ ਅਸੀਂ ਤਾਂ ਵੇਖ ਕੇ ਹੀ ਆਵਾਂਗੇ ਸਾਰਾ ਕੁਝ। ਤਾਂ ਮਾਤਾ ਜੀਤੋ ਜੀ ਨੇ ਪੁੱਛਿਆ ਫਿਰ ਮਹਾਰਾਜ ਕਿਵੇਂ ਕਰਾਂ? ਕਹਿੰਦੇ ਬਸ ਸਿਮਰਨ ਤੇਜ਼ ਕਰ ਦਿਓ ਤੇ 10ਵੇਂ ਦੁਆਰ ਰਾਹੀਂ ਤੁਸੀਂ ਸਰੀਰ ਤਿਆਗ ਦਿਓ ਔਰ ਆਪਣੇ ਘਰ ਸੱਚਖੰਡ ਜਾਓ ਸਾਹਿਬਜ਼ਾਦੇ ਵੀ ਉੱਥੇ ਹੀ ਆਉਣਗੇ। ਇਹ ਨਸ਼ਵਰ ਸੰਸਾਰ ਦੇ ਵਿੱਚ ਕਿਆ ਰਹਿਣਾ ਤੁਸੀਂ ਪਰਿਵਾਰ ਸਮੇਤ ਸੱਚਖੰਡ ਦੇ ਵਾਸੀ ਬਣਨਾ ਹੈ। ਤੋ ਮਾਤਾ ਜੀਤੋ ਜੀ ਕਹਿਣ ਲੱਗੇ ਸਤ ਵਚਨ ਪਾਤਸ਼ਾਹ ਮੈਂ ਹੁਣ ਤੁਹਾਡੇ ਕੋਲ ਇਸ ਮੋਹ ਮਮਤਾ ਦੀ ਗੱਲ ਨਹੀਂ ਕਰਾਂਗੀ ਔਰ ਨਮਸਕਾਰ ਕਰਕੇ ਬੇਨਤੀ ਕਰਕੇ ਉਹਨਾਂ ਦੇ ਸੁੰਦਰ ਸਰੂਪ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਮਾਤਾ ਜੀ ਆਪਣੇ ਕਮਰੇ ਵਿੱਚ ਆ ਗਏ। ਤੇ ਉਸ ਤੋਂ ਬਾਅਦ ਕਿਵੇਂ ਸਰੀਰ ਤਿਆਗਦੇ ਆ ਇਹ ਆਪਾਂ ਵਿਚਾਰਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣਤ ਕੰਤ ਤੇ ਬੰਧਨ ਠਾਨੀ ਦਰਸ਼ਨ ਕਰਿਓ ਸਥਿਰ ਹੈ ਬਥਾਨੀ। ਤੋ ਮਾਤਾ ਜੀਤੋ ਜੀ ਨੂੰ ਜਦ ਪਾਤਸ਼ਾਹ ਨੇ ਕਿਹਾ ਜੀਤੋ ਜੀ ਇਹ ਤਾਂ ਇਦਾਂ ਹੀ ਹੋਣਾ ਇਹ ਮਾਤਾ ਜੀਤੋ ਜੀ ਨੇ ਫਿਰ ਬੱਚਿਆਂ ਦੇ ਮੋਹ ਦੀ ਗੱਲ ਕੀਤੀ। ਪਾਤਸ਼ਾਹ ਜੀ ਨੇ ਉਹਨਾਂ ਦਾ ਮੋਹ ਜਿਹੜਾ ਉਹ ਦੂਰ ਕਰ ਦਿੱਤਾ ਮੋਹ ਭੰਗ ਕਰ ਦਿੱਤਾ ਤੇ ਫਿਰ ਉਹਨਾਂ ਨੇ ਵੀ ਸਰੀਰ ਛੱਡਣ ਦੀ ਸਲਾਹ ਕਰ ਲਈ
ਔਰ ਪਾਤਸ਼ਾਹ ਜੀ ਦੇ ਹੁਕਮ ਨੂੰ ਸੁਣ ਕਰਕੇ ਆਪਣੇ ਕਮਰੇ ਵੱਲ ਆ ਗਏ ਜੀ। ਪਤ ਮੂਰਤ ਕੋ ਰਿਦੇ ਬਸਾਈ ਕਰਬੋ ਨਮੋ ਆਪਨ ਕਰ ਆਈ। ਔਰ ਨਮਸਕਾਰ ਕਰਕੇ ਆਪਣੇ ਅਸਥਾਨ ਤੇ ਜਿੱਥੇ ਰੋਜ਼ਾਨਾ ਆਰਾਮ ਕਰਦੇ ਆ, ਸੌਂਦੇ ਆ, ਪਲੰਘਾਂ ਆਦਿ ਲੱਗੇ ਆ, ਉਸ ਘਰ ਵੱਲ ਆ ਗਏ ਜੀ। ਘਰ ਇਸ਼ਨਾਨ ਪਾਵਨ ਤਨ ਹੈ ਵਿਕੈ ਕੁਛ ਕੋ ਆਸਨ ਦਾਸਨ ਕਹਿ ਕੈ। ਔਰ ਇਸ਼ਨਾਨ ਕੀਤਾ, ਸਰੀਰ ਦੀ ਪਵਿੱਤਰਤਾ ਕੀਤੀ ਆ ਅਤੇ ਆਸਨ ਕੁਸ਼ਾ ਦਾ ਭਾਵ ਘਾਹ ਦਾ ਵਿਛਾਉਣਾ ਕੀਤਾ ਹੈ। ਦਾਸੀ ਆਦ ਅਪਰ ਬਹੁ ਨਾਰੀ ਕਰਤ ਜੀ ਸੇਵਾ ਰਖਤ ਸੁਖਾਰੀ। ਔਰ ਜਿਹੜੀਆਂ ਬਹੁਤ ਹੀ ਪਿਆਰ ਕਰਨ ਵਾਲੀਆਂ ਬੀਬੀਆਂ, ਸੇਵਾਦਾਰ ਦਾਸੀਆਂ ਮਾਤਾ ਜੀ ਦੇ ਕੋਲ ਰਹਿੰਦੀਆਂ ਸਨ, ਉਹਨਾਂ ਨੂੰ ਸੁੱਖ ਦਿੰਦੀਆਂ ਸਨ ਅਤੇ ਉਹਨਾਂ ਤੋਂ ਬਖਸ਼ਾ ਲੈਂਦੀਆਂ ਸਨ। ਕੀਤਕ ਪਾਸ ਰਹਿਤ ਤਿਨ ਸਾਥ ਨਿਜ ਚਲਬੇ ਕੀ ਕਹਿ ਕਰ ਗਾਥ। ਔਰ ਉਹਨਾਂ ਵਿੱਚੋਂ ਕੁਝ ਬੀਬੀਆਂ ਹੁੰਦੀਆਂ ਜਿਨ੍ਹਾਂ ਕੋਲੇ ਦਿਲ ਦਾ ਭੇਤ ਖੋਲ੍ਹਿਆ ਜਾਂਦਾ ਹੈ। ਉਹਨਾਂ ਬੀਬੀਆਂ ਨੂੰ ਮਾਤਾ ਜੀ ਕਹਿਣ ਲੱਗੇ ਵੀ ਅੱਜ ਮੈਂ ਜਾਣਾ ਹੈ, ਸਰੀਰ ਤਿਆਗ ਦੇਣਾ ਹੈ। ਜੋ ਜਿਨ ਜਾਚੋ ਸੋ ਤਿਨ ਦਿਓ ਮਨ ਭਾਵਤ ਸਭੰਗ ਬਲ ਬਿਓ। ਔਰ ਆਪਾਂ ਚਲੇ ਜਾਣਾ, ਤੁਸੀਂ ਹੁਣ ਕੁਛ ਮੰਗਣਾ ਤੇ ਮੰਗ ਲਓ। ਤੇ ਬੀਬੀਆਂ ਨੇ ਜੋ ਜੋ ਭਾਵਨਾ ਸਹਿਤ ਬੇਨਤੀਆਂ ਕੀਤੀਆਂ, ਮਾਤਾ ਨੇ ਸਭ ਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ ਜੀ। ਆਸਨ ਕਰ ਬੈਠੀ ਤਤਕਾਲਾ ਸਾਧਿਓ ਪੂਰਬ ਜੋਗ ਵਿਸਾਲਾ। ਕਿਉਂਕਿ ਮਾਤਾ ਜੀ ਨੇ ਪਹਿਲਾਂ ਹੀ ਇਹ ਸਾਧਨਾ ਸੰਪੂਰਨ ਕੀਤੀ ਹੋਈ ਹੈ। ਮਾਤਾ ਗੁਜਰੀ ਜੀ ਨੇ ਵੀ ਇਸੇ ਤਰ੍ਹਾਂ ਹੀ ਸਰੀਰ ਤਿਆਗੇ ਆ ਠੰਡੇ ਬੁਰਜ ਵਿੱਚ। ਔਰ ਮਾਤਾ ਜੀਤੋ ਜੀ ਨੇ ਵੀ ਕਹਿੰਦੇ ਚੌਂਕੜਾ ਮਾਰਿਆ, ਧਿਆਨ ਲਾਇਆ, ਧਿਆਨ ਲਾ ਕੇ ਆਪਣੀ ਸਾਰੀ ਸ਼ਕਤੀ ਸਰੀਰ ਚੋਂ ਖਿੱਚ ਕੇ ਉੱਪਰ ਇਕੱਤਰ ਕੀਤੀ ਹੈ, ਇਕੱਠੀ ਕੀਤੀ ਹੈ। ਇਕੱਠੀ ਕਰਨ ਤੋਂ ਬਾਅਦ ਤਿਸ ਅਭਿਆਸ ਬਲ ਤੇ ਖਿੱਚ ਸਵਾਸ ਦਸਨ ਦਵਾਰ ਮੈਂ ਕਰਤੈ ਬਾਸ। ਉਸੇ ਸਾਧਨਾ ਦੇ ਨਾਲ ਮਾਤਾ ਜੀ ਨੇ ਆਪਣੇ ਸਵਾਸਾਂ ਨੂੰ ਉੱਪਰ ਖਿੱਚਿਆ ਔਰ 10ਵੇਂ ਦਵਾਰ ਰਾਹੀਂ ਬ੍ਰਹਮ ਰੁੰਦਰ ਨਾੜੀ ਆ ਉਸ ਨੂੰ ਭੰਨ ਕੇ ਸਰੀਰ ਤਿਆਗਣਾ ਕੀਤਾ ਹੈ ਜੀ। ਪਾਏ ਜੋਰ ਬ੍ਰਹਮ ਰੰਦਰ ਫੋਰਾ ਗਮਣੀ ਗੁਰ ਪਰ ਤਿਨ ਕੋ ਛੋਰਾ। ਔਰ ਇਸ ਤਰ੍ਹਾਂ ਬ੍ਰਹਮ ਰੁੰਦਰ ਨਾੜੀ ਨੂੰ ਭੰਨ ਕਰਕੇ ਮਾਤਾ ਜੀ ਨੇ ਸਰੀਰ ਛੱਡਿਆ ਤੇ ਕਿੱਥੇ ਚਲੇ ਗਏ? ਗੁਰੂਪੁਰੀ ਸੱਚਖੰਡ ਨੂੰ ਚਾਲੇ ਪਾ ਗਏ ਜੀ। ਦੇਖਤ ਦਾਸੀ ਦੌਰਤ ਗਈ ਮਾਤਾ ਗੁਜਰੀ ਕੋ ਸੁਧ ਦਈ। ਔਰ ਜਦੋਂ ਇਹ ਭਾਣਾ ਵਰਤ ਗਿਆ ਤੇ ਜਿਹੜੀਆਂ ਕੋਲ ਬੀਬੀਆਂ ਸਨ ਉਹਨਾਂ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਦੱਸਣਾ ਕੀਤਾ ਹੈ ਕਿ ਤੁਹਾਡੀ ਵੱਡੀ ਨੂੰ ਇਦਾਂ ਸਰੀਰ ਤੇ ਆ ਗਏ ਜੀ। ਸੁਣਤ ਚੰਬੇ ਹੋਏ ਕਰ ਆਈ ਦੇਖ ਨਖਾਗਤ ਕੋ ਬਿਲ ਖਾਈ। ਔਰ ਮਾਤਾ ਗੁਜਰੀ ਹੈਰਾਨ ਹੋਏ ਵੀ ਇਦਾਂ ਕਿੱਦਾਂ ਚਲੇ ਗਏ। ਜਿਵੇਂ ਬਾਬਾ ਅਟਲ ਰਾਏ ਜੀ ਨੇ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਇਦਾਂ ਹੀ ਸਰੀਰ ਤਿਆਗਿਆ ਸੀਗਾ, ਬਾਬਾ ਗੁਰਦਿੱਤਾ ਜੀ ਨੇ ਵੀ ਇਸ ਤਰ੍ਹਾਂ ਤਿਆਗਿਆ ਸੀਗਾ। ਤੋ ਇਹ ਸਾਧਨਾ ਹੈ, ਸਿਮਰਨ ਭਜਨ ਬੰਦਗੀ ਦੀ ਤਾਕਤ ਹੈ ਕਿ ਮਨੁੱਖ ਆਪ ਦੀ ਮਰਜ਼ੀ ਦੇ ਨਾਲ ਸਰੀਰ ਨੂੰ ਤਿਆਗ ਸਕਦਾ ਹੈ। ਨਹੀਂ ਤਾਂ ਪਾਤਸ਼ਾਹ ਨੇ ਕਿਹਾ ਕਿ ਆਮ ਮਨੁੱਖ ਦੇ ਵਾਸਤੇ ਤਾਂ ਮਰਨਾ ਵੀ ਔਖਾ ਹੈ ਤੇ ਜਿਉਣਾ ਵੀ ਔਖਾ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ। ਇਸ ਤਰ੍ਹਾਂ ਗੁਰੂ ਪਿਆਰਿਓ ਇਹ ਬ੍ਰਹਮ ਗਿਆਨੀਆਂ ਦੇ ਹਿੱਸੇ ਹੀ ਆਇਆ, ਆਮ ਮਨੁੱਖ ਦੀ ਗੱਲ ਨਹੀਂ ਹੈ ਇਹ। ਤੋਂ ਮਾਤਾ ਜੀਤੋ ਜੀ ਨੇ ਜਦ ਸਰੀਰ ਤਿਆਗ ਦਿੱਤਾ, ਮਾਤਾ ਗੁਜਰੀ ਜੀ ਕੋਲ ਆਏ ਔਰ ਮਾਤਾ ਜੀ ਆਪਣੀ ਨੂੰਹ ਨੂੰ ਸੰਭਾਲਦੇ ਹੋਏ ਅੱਖਾਂ 'ਚੋਂ ਪਾਣੀ ਵੀ ਗੇਰਦੇ ਹਨ। ਕੋਨ ਸੁੰਦਾ ਸੁਨ ਸੁੰਦਰੀ ਤਿਆਦ ਮਿਲੀ ਆਏ ਕੇ ਰੋਦਨ ਨਾਦ। ਫਿਰ ਸਾਰੀਆਂ ਬੀਬੀਆਂ ਇਕੱਠੀਆਂ ਹੋ ਗਈਆਂ ਸਤਿਗੁਰਾਂ ਦੇ ਦੂਸਰੇ ਮਹਿਲ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਆਦਿ ਇਹ ਵੀ ਆ ਗਏ ਜੀ। ਤਬ ਸਤਿਗੁਰ ਪਠ ਦਾਸ ਹਟਾਈ ਕਰੋ ਦਾਵਿਓ ਸੁਰਗ ਸਿਧਾਈ। ਔਰ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਕਿ ਜੀਤੋ ਜੀ ਸਰੀਰ ਤੇ ਆ ਗਏ ਹਨ, ਬੀਬੀਆਂ ਰੋ ਰਹੀਆਂ, ਉਹਨਾਂ ਨੂੰ ਚੁੱਪ ਕਰਵਾਇਆ ਔਰ ਸੰਸਕਾਰ ਕਰਨ ਦੀ ਤਿਆਰੀ ਕਰਵਾਈ ਹੈ। ਸੁਨਿਆ ਇਸ ਤਿਆਰੀ ਕਰਵਾਹੀ ਕਰ ਇਸ਼ਨਾਨ ਪਟ ਨਵ ਪਹਿਰਾਏ। ਬੀਬੀਆਂ ਨੇ ਮਾਤਾ ਜੀ ਦਾ ਇਸ਼ਨਾਨ ਕਰਾਇਆ ਹੈ, ਨਵੇਂ ਬਸਤਰ ਪਹਿਨਾਏ ਹਨ। ਸਾਹਿਬਜ਼ਾਦੇ ਚਾਰੋ ਸਾਥ ਕਰੇ ਬਿਬਾਨ ਉਠਾਏ ਸਹਾਥ। ਔਰ ਚਾਰੇ ਸਾਹਿਬਜ਼ਾਦੇ, ਤਿੰਨ ਮਾਤਾ ਜੀਤੋ ਜੀ ਦੇ ਔਰ ਵੱਡਾ ਸਾਹਿਬਜ਼ਾਦਾ ਮਾਤਾ ਸੁੰਦਰ ਕੌਰ ਜੀ ਦਾ ਹੈ। ਇਹ ਚਾਰੇ ਸਾਹਿਬਜ਼ਾਦੇ ਨਾਲ ਜਾ ਰਹੇ ਹਨ।
ਵਿਵਾਨ ਤਿਆਰ ਕੀਤਾ ਗਿਆ, ਉਹਦੇ ਵਿੱਚ ਮਾਤਾ ਜੀ ਦੇ ਸੁੰਦਰ ਸਰੀਰ ਨੂੰ ਟਿਕਾਉਣਾ ਕੀਤਾ ਹੈ। ਆਦਿ ਖਾਲਸਾ ਲੋਕ ਕਨੇਰੇ ਗਮਣੇ ਸੰਗ ਬਹਿਰ ਤਿਸ ਬੇਰੇ। ਔਰ ਸਾਰੀ ਸੰਗਤ ਆ ਗਈ ਹੈ, ਪਾਤਸ਼ਾਹ ਜੀ ਵੀ ਨਾਲ ਹਨ। ਇਸ ਤਰ੍ਹਾਂ ਮਾਤਾ ਜੀਤੋ ਜੀ ਦੇ ਸੁੰਦਰ ਸਰੀਰ ਨੂੰ ਸੰਭਾਲਣ ਲਈ, ਵਿਦਾ ਕਰਨ ਦੇ ਲਈ ਸਾਰਾ ਪਰਿਵਾਰ, ਸਾਰੀਆਂ ਸੰਗਤਾਂ ਪਾਤਸ਼ਾਹ ਜੀ ਸਮੇਤ ਚੱਲ ਪਏ ਹਨ। ਨਾਮ ਅਗੰਪੁਰਾ ਜਿਸ ਥਾਨਾ ਤਹਿਲੋ ਪਹੁੰਚੇ ਗੁਰੂ ਬਖਾਨਾ। ਔਰ ਉਹ ਜਗ੍ਹਾ ਦਾ ਨਾਮ ਹੈ ਅਗੰਪੁਰਾ, ਜਿੱਥੋਂ ਮਾਤਾ ਜੀਤੋ ਜੀ ਦਾ ਸੰਸਕਾਰ ਦਾ ਇੰਤਜ਼ਾਮ ਕੀਤਾ ਹੋਇਆ ਹੈ। ਗਾਵਤ ਸ਼ਬਦ ਰਬਾਬੀ ਆਗੇ ਸਿਮਰੇ ਨਾਮ ਸਿੱਖ ਵਡਭਾਗੇ। ਔਰ ਨਾਲ ਨਾਲ ਰਾਗੀ ਅੱਗੇ ਅੱਗੇ ਕੀਰਤਨ ਕਰਦੇ ਜਾ ਰਹੇ ਹਨ। ਗਨ ਚੰਦਨ ਕੀ ਚਿਖਾ ਬਣਾਈ ਸੁਤਨੇ ਗਏ ਕਰ ਅਗਨ ਲਗਾਈ। ਔਰ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਹੈ। ਸੁੰਦਰ ਸਰੀਰ ਨੂੰ ਪਿਆਰ ਦੇ ਨਾਲ ਉਹਨਾਂ ਲੱਕੜਾਂ ਵਿੱਚ ਟਿਕਾਉਣਾ ਕੀਤਾ ਹੈ। ਔਰ ਸ਼ਹਿਬਜ਼ਾਦਾ ਅਜੀਤ ਸਿੰਘ ਆਦਿ ਵੱਡੇ ਸ਼ਹਿਬਜ਼ਾਦਿਆਂ ਨੇ ਉਸ ਅਗਨ ਨੂੰ, ਉਹ ਚਿਖਾ ਨੂੰ ਅੱਗ ਦਿਖਾਈ ਹੈ, ਭਾਵ ਝੰਡਾ ਚਲਾਇਆ ਜੀ। ਤੇਰੇ ਜਬ ਕ੍ਰਿਤ ਪਾਏ ਸਮੁਦਾਏ ਕਰੀ ਪਰਕਰਮਾ ਫਿਰ ਚੌਕਾਏ। ਇਹ ਸਾਰੀਆਂ ਚੀਜ਼ਾਂ ਪਾਉਣ ਦਾ ਮਤਲਬ ਅੱਗ ਨੂੰ ਤੇਜ਼ ਕਰਨਾ ਹੀ ਹੁੰਦਾ ਹੈ। ਦੇਸੀ ਘਿਓ ਨਾਲ ਵੀ ਅੱਗ ਤੇਜ਼ ਹੁੰਦੀ ਹੈ, ਤਿਲਾਂ ਨਾਲ ਵੀ ਤੇਜ਼ ਹੁੰਦੀ ਹੈ। ਤਾਂ ਘਿਓ ਆਦਿ ਬਹੁਤ ਸਾਰਾ ਉਹਦੇ ਵਿੱਚ ਪਾਇਆ ਗਿਆ। ਔਰ 4 ਛਪੇਰੇ ਘੁੰਮ ਕੇ ਸਾਹਿਬਜ਼ਾਦਿਆਂ ਨੇ ਅਗਨ ਦਿੱਤੀ ਹੈ। ਅਵਲੋਕੀ ਜਬ ਆਦਿਕ ਜਰੀ ਸੋਹਿਲਾ ਸਾਹਿਬ ਕੀ ਬਾਣੀ ਉਚਰੀ। ਔਰ ਜਦੋਂ ਆਪਣੇ ਗੁਰਮਤਿ ਅਨੁਸਾਰ ਮਾਤਾ ਜੀਤੋ ਜੀ ਦਾ ਸੰਸਕਾਰ ਹੋਇਆ ਆਰੰਭ, ਦੇਖਿਆ ਕਿ ਚਿਖਾ ਬਹੁਤ ਵੱਧ ਚੁੱਕੀ ਹੈ, ਲਗਭਗ ਸਰੀਰ ਅਗਨ ਭੇਟ ਹੋ ਗਿਆ ਹੈ। ਤਾਂ ਗੁਰਮਤਿ ਅਨੁਸਾਰ ਸੋਹਿਲਾ ਸਾਹਿਬ ਜੀ ਦਾ ਜਾਪ ਕੀਤਾ ਗਿਆ ਜੀ। ਸਤ ਦਰਵ ਨਿਕਟ ਗਈ ਚਲ ਪੀਰ ਕਰਿਓ ਇਸ਼ਨਾਨ ਸਭਨ ਤਿਸ ਬੇਰ। ਔਰ ਫਿਰ ਉੱਥੋਂ ਸਾਰੇ ਸਤਲੁਜ ਦਰਿਆ ਨਾਲ ਹੀ ਪੈਂਦਾ ਹੈ, ਉੱਥੇ ਆਏ, ਸਭ ਨੇ ਜਲ ਪਾਣੀ ਵਰਤਿਆ, ਹੱਥ ਮੂੰਹ ਧੋਤਾ ਹੈ, ਜੋ ਰੀਤੀ ਰਿਵਾਜ ਹੈ। ਵੇਦ ਸੋ ਦਿਓ ਤਿਲਾ ਜੁਲ ਤਬੈ ਆਏ ਗੁਰ ਸਿਮਰਤ ਪੁਰ ਸਭੈ। ਤਿਲਾਂਜਲੀ ਦੇਣਾ ਹੁੰਦਾ, ਵਿਦਾ ਕਰਨਾ। ਤਾਂ ਇਸ ਤਰ੍ਹਾਂ ਗੁਰਮਤਿ ਅਨੁਸਾਰ, ਵਿਧੀ ਅਨੁਸਾਰ ਮਾਤਾ ਜੀਤੋ ਜੀ ਨੂੰ ਵਿਦਾ ਕੀਤਾ ਗਿਆ ਹੈ। ਔਰ ਉਹਨਾਂ ਦੇ ਸੁੰਦਰ ਸਰੀਰ ਦੀ ਸੰਭਾਲ ਹੋ ਗਈ ਹੈ। ਫਿਰ ਸਾਰੇ ਸਤਿਗੁਰਾਂ ਦੇ ਦੀਵਾਨ ਵਿੱਚ ਆ ਕੇ ਸਜ ਗਏ, ਜਿੱਥੇ ਅੱਗੇ ਸਤਿਗੁਰ ਬਿਰਾਜਮਾਨ ਹੋਏ ਹਨ। ਸ਼੍ਰੀ ਕਲ ਕੀ ਦਰ ਕੇ ਡਿਗ ਬੈਸੇ ਚਲਿਓ ਪ੍ਰਸੰਗ ਤਜਿਓ ਤਨ ਜੈਸੇ। ਔਰ ਫਿਰ ਸਾਰੀ ਸੰਗਤ ਇਸ ਤਰ੍ਹਾਂ, ਕਿਉਂਕਿ ਬਹੁਤ ਸਾਰੇ ਹੈਰਾਨ ਵੀ ਹੋਏ ਵੀ ਐਦਾਂ ਮਾਤਾ ਜੀ ਕਿਵੇਂ ਸਰੀਰ ਛੱਡ ਗਏ। ਕਈ ਵਾਰ ਤਾਂ ਲੋਕਾਂ ਦਾ ਖਿਆਲ ਹੁੰਦਾ ਬੰਦਾ ਬਿਮਾਰੀ ਸ਼ਮਾਰੀ ਨਾਲ ਸਰੀਰ ਛੱਡਦਾ, ਪਰ ਨਹੀਂ। ਸਤਿਗੁਰੂ ਹਰਗੋਬਿੰਦ ਸਾਹਿਬ ਵੀ ਚੜ੍ਹਦੀ ਕਲਾ ਵਿੱਚ ਸਨ, ਜਾਂ ਸਰੀਰ ਛੱਡਿਆ ਉਹਨਾਂ ਨੇ। ਜਦੋਂ ਸਮਾਂ ਆ ਗਿਆ, ਜਿਨ੍ਹਾਂ ਮਹਾਂਪੁਰਸ਼ਾਂ ਨੂੰ, ਰਿਸ਼ੀਆਂ ਮੁਨੀਆਂ ਨੂੰ, ਜਾਂ ਗੁਰਮੁਖਾਂ ਨੂੰ, ਜਾਂ ਸਿੰਘਾਂ ਨੂੰ, ਜਿਵੇਂ ਭਾਈ ਬਿਧੀ ਚੰਦ ਜੀ, ਇਹਨਾਂ ਨੂੰ ਵੀ ਪਹਿਲਾਂ ਪਤਾ ਲੱਗ ਗਿਆ ਸਰੀਰ ਤਿਆਗਣ ਦਾ, ਤਾਂ ਉਹਨਾਂ ਨੇ ਕਦੇ ਵੀ ਮੌਤ ਤੋਂ ਡਰਨਾ ਨਹੀਂ ਕੀਤਾ, ਬਲਕਿ ਮੌਤ ਦੇ ਸਮੇਂ ਨੂੰ ਸੰਭਾਲਣਾ ਕੀਤਾ। ਤੇ ਮੌਤ ਦਾ ਸਮਾਂ ਹੀ ਸੰਭਾਲਣਾ ਹੈ ਆਪਾਂ। ਏਕ ਚੀਤ ਜੇ ਇੱਕ ਚਿੰਤਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ। ਮਨਮੁਖਾਂ ਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਲੱਗਦਾ, ਚਾਣਚੱਕ ਹੀ ਆਉਂਦੀ ਹੈ, ਪਰ ਗੁਰਮੁਖਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ, ਕਿਉਂਕਿ ਪਤਾ ਹੀ ਵੀ ਨਾਲੇ ਭੱਜਣਾ ਨਹੀਂ। ਮਨਮੁਖ ਤਾਂ ਭੱਜਦਾ, ਦੌੜ ਭੱਜ ਕਰਦਾ ਬਚਣ ਵਾਸਤੇ, ਪਰ ਗੁਰਮੁਖਾਂ ਨੂੰ ਪਤਾ ਹੈ ਕਿ ਅਸੀਂ ਆਪਣੇ ਘਰ ਜਾਣਾ ਹੈ, ਇਸ ਕਰਕੇ ਉਹ ਇਸ ਤੋਂ ਭੱਜਦੇ ਥੋੜ੍ਹਾ। ਇੱਕ ਸਾਧ, ਉਹਦਾ ਚੇਲਾ, ਕਹਿਣ ਲੱਗਿਆ, ਰਾਤ ਮਹਾਰਾਜ ਮੈਨੂੰ ਇੱਦਾਂ ਸੁਪਨਾ ਆਇਆ, ਮੇਰੇ ਮੋਢੇ ਤੇ ਹੱਥ ਮਾਰ ਕੇ ਇੱਕ ਭਿਆਨਕ ਜਿਹਾ ਮਨੁੱਖ ਕਹਿਣ ਲੱਗਿਆ ਵੀ ਤੇਰਾ ਆਖਰੀ ਸਮਾਂ ਹੈ, ਕੱਲ੍ਹ ਨੂੰ ਤੇਰੀ ਮੌਤ ਹੈ, ਕੱਲ੍ਹ ਸ਼ਾਮਾਂ ਨੂੰ। ਮੈਂ ਕੀ ਕਰਾਂ ਬਾਬਾ ਜੀ? ਸਾਧੂ ਕਹਿਣ ਲੱਗਿਆ, ਭੱਜ ਲੈ, ਜੇ ਭੱਜਿਆ ਜਾਂਦਾ ਤਾਂ ਕਹੋ ਸਤਨਾਮ। ਸਾਧੂ ਦਾ ਪਤਾ ਸੀ ਮੌਤ ਤਾਂ ਕਿਤੇ ਵੀ ਆ ਸਕਦੀ ਹੈ। ਉਹ ਕਹਿਣ ਲੱਗਿਆ, ਘੋੜੀ ਖੋਲ ਤੇ ਭੱਜ ਲੈ, ਜੇ ਬਚਿਆ ਜਾਂਦਾ ਤੇ ਬਚ। ਉਹਨੇ ਘੋੜੀ ਖੋਲੀ, ਕਾਠੀ ਪਾਈ, ਅੱਡੀ ਲਾਈ ਤੇ ਭਜਾ ਲਈ ਘੋੜੀ। ਸਾਰੀ ਰਾਤ ਸਾਰਾ ਦਿਨ ਭੱਜਦਾ ਰਿਹਾ। ਜੋ ਦੂਜਾ ਦਿਨ ਚੜ੍ਹਿਆ, ਕਈ ਹਜ਼ਾਰਾਂ ਕੋਹ ਜਾਂ ਜਿੰਨੇ ਸੈਂਕੜੇ ਕੋਹ ਇਸਨੇ ਕੀਤੇ। ਜਾ ਕੇ ਘੋੜੀ ਕਿਤੇ ਰੋਕੀ, ਦਰੱਖਤ ਹੇਠਾਂ ਬੰਨੀ, ਉਤਰਿਆ, ਸਾਹ ਲਿਆ, ਸ਼ੁਕਰ ਹੈ ਬਚ ਗਏ ਮੌਤ ਤੋਂ। ਨਾਲੇ ਘੋੜੀ ਥਾਪਣਾ, ਵਾਹ ਵੇ ਵਾਹ, ਸ਼ਾਬਾਸ਼ ਏ, ਹੁਣ ਤੂੰ ਮੈਥੋਂ ਮੌਤ ਤੋਂ ਦੂਰ ਲੈ ਆਈ।
ਤੇ ਮਗਰੋਂ ਆ ਕੇ ਜਮਰਾਜ ਸ਼ਾਬਾਸ਼ ਦਿੰਦਾ, ਕਹਿੰਦੇ ਸ਼ਾਬਾਸ਼ ਤੇਰੇ ਵੀ ਤੇ ਘੋੜੀ ਦੇ ਵੀ, ਉਹ ਤੇਰੀ ਕਲਰੀ ਇੱਥੇ ਸੀਗੀ, ਤੂੰ ਮਰਨਾ ਹੀ ਇੱਥੇ ਸੀਗਾ। ਮੈਂ ਤਾਂ ਕੱਲ ਦਾ ਸੋਚੀ ਜਾਂਦਾ ਸੀ ਵੀ ਇਹ 200 ਕੋਹ ਦੂਰ ਬੈਠਾ, ਇਹ ਬੰਦੇ ਨੂੰ ਉੱਥੇ ਪਹੁੰਚਾਵਾਂ ਕਿਵੇਂ। ਕੋ ਸਤਨਾਮ। ਕਹਿੰਦੇ ਧਰਤੀ ਚੱਲ ਕੇ ਨਹੀਂ ਆਉਂਦੀ, ਬੰਦਾ ਚੱਲ ਕੇ ਉੱਥੇ ਜਾਂਦਾ ਹੈ। ਕਹਿੰਦਾ ਸ਼ਾਬਾਸ਼ ਤੇਰੇ ਵੀ ਤੇ ਘੋੜੀ ਦੇ ਵੀ, ਜਿਹਨੇ ਤੈਨੂੰ 24 ਘੰਟਿਆਂ ਵਿੱਚ ਤੇ ਪਹੁੰਚਤਾ, ਚੱਲ ਚੱਲੀਏ ਹੁਣ। ਤੂੰ ਇਸ ਕਰਕੇ ਮੌਤ ਤਾਂ ਸਭ ਦੀ ਆਉਣੀ ਹੈ। ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਮਾਤਾ ਜੀਤੋ ਜੀ ਦੇ ਪ੍ਰਥਾਏ ਸਿੱਖ ਸੰਗਤਾਂ ਫਿਰ ਗੱਲ ਕਰਦੀਆਂ, ਮਹਾਰਾਜ ਐਦਾਂ ਮਾਤਾ ਜੀ ਕਿਵੇਂ ਚਲੇ ਗਏ ਹਨ। ਇੱਕ ਤਹਿ ਪਰਸਰਾਮ ਬੈਰਾਗੀ, ਸੁਣ ਕੇ ਜੋਗ ਬਾਤ ਅਨਰਾਗੀ। ਔਰ ਸਤਿਗੁਰਾਂ ਦੀ ਸੰਗਤ ਵਿੱਚ ਇੱਕ ਸਾਧੂ ਬੈਠਾ ਹੈ, ਪਰਸਰਾਮ ਵੈਰਾਗੀ ਹੈ। ਕਿਉਂਕਿ ਸਤਿਗੁਰਾਂ ਦੀ ਸੰਗਤ ਵਿੱਚ ਹਰ ਤਰ੍ਹਾਂ ਦੇ ਮਨੁੱਖ ਹੀ ਆਉਂਦੇ ਸਨ, ਕਿਉਂਕਿ ਸਭ ਨੂੰ ਇਸ ਗਿਆਨ ਦੀ ਲੋੜ ਹੈ। ਇਹਨਾਂ ਕੋਲੇ ਜੋਗੀ ਵੀ ਆਉਂਦੇ ਸੀ, ਸਾਧੂ ਵੀ ਆਉਂਦੇ ਸੀ, ਜੈਨੀ ਵੀ ਆਉਂਦੇ ਸੀ, ਮੁਨੀ ਵੀ ਆਉਂਦੇ ਸੀ, ਕਿਉਂਕਿ ਸਾਨੂੰ ਪਤਾ ਸੀ ਕਿ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਾਨੂੰ ਉਹ ਗਿਆਨ ਮਿਲਣਾ ਹੈ ਜਿਸ ਨੂੰ ਦੁਨੀਆ ਲੱਭਦੀ ਫਿਰਦੀ ਹੈ। ਸੁਰਨਰ ਮੁਨਜਨ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਤੋ ਇਸ ਕਰਕੇ ਇਹ ਪਰਸਰਾਮ ਨਾਮ ਦਾ ਜਿਹੜਾ ਹੈ ਬੈਰਾਗੀ ਇਹ ਬੇਨਤੀ ਕਰਦਾ ਹੈ। ਰਾਮਰ ਅੰਦਰ ਕੋ ਫੋਰ ਸਿਦਾਰੇ, ਬਿਸੋ ਮਨ ਪੂਜਨ ਹੇਤੋ ਚਾਰੇ। ਮਹਾਰਾਜ ਜੀ ਤੁਸੀਂ ਆ ਦੱਸਿਆ ਹੁਣੇ ਗੱਲਾਂ 'ਚ, ਕਹਿੰਦੇ ਦਸਮ ਦੁਆਰ ਨੂੰ ਭੰਨ ਕੇ ਮਾਤਾ ਜੀ ਗਏ ਆ। ਹਾਂ, ਫਿਰ ਮਹਾਰਾਜ ਜੀ ਇਹਦੇ ਬਾਰੇ ਮੈਨੂੰ ਵੀ ਸਮਝਾਉਣਾ ਕਰੋ। ਜਿਮ ਵੱਡ ਭਾਗਨ ਕੋ ਉਪਦੇਸ਼ਾ, ਕਿਰਪਾ ਕਰੋ ਮੁਝ ਕਹੀਏ ਤੈਸਾ। ਜਿਵੇਂ ਉਸ ਵੱਡੇ ਭਾਗਾਂ ਵਾਲੀ ਆਪਣੀ ਸੁਪਤਨੀ ਮਾਤਾ ਜੀਤੋ ਜੀ ਨੂੰ ਉਪਦੇਸ਼ ਦੇ ਕੇ ਤੁਸੀਂ ਬੜੇ ਹੀ ਪਿਆਰ ਸਹਿਤ ਸੱਚਖੰਡ ਤੋਰਿਆ ਹੈ, ਮੈਨੂੰ ਵੀ ਐਸਾ ਉਪਦੇਸ਼ ਦੇਣਾ ਕਰੋ ਜੀ। ਹੋਰੇ ਦਿਵਸਨ ਮੈਂ ਸਿਧ ਹੋਵਾ, ਵਿਦਤ ਦੇਹ ਤਿਆਗਨ ਮੈਂ ਜੋਗਾ। ਔਰ ਮੈਂ ਵੀ ਇਸ ਜੁਗਤ ਨੂੰ ਜੀਵਨ ਦੇ ਵਿੱਚ ਧਾਰਨ ਕਰੂੰਗਾ, ਸਿਮਰਨ ਕਰੂੰਗਾ, ਅਭਿਆਸ ਕਰੂੰਗਾ, ਤੇ ਜਦ ਮੇਰਾ ਆਖਰੀ ਸਮਾਂ ਆਵੇ ਮੈਂ ਵੀ ਇਸੇ ਤਰ੍ਹਾਂ ਸਰੀਰ ਨੂੰ ਤਿਆਗ ਦੇਵਾਂ। ਬਹੁਤ ਸਾਰੇ ਰਿਸ਼ੀ ਮੁਨੀ ਸਾਧੂ ਜਨ ਚੌਂਕੜਾ ਮਾਰ ਕੇ ਸਰੀਰ ਤਿਆਗ ਦਿੰਦੇ ਸੀ, ਔਰ ਫਿਰ ਉਹਨਾਂ ਦੇ ਪੈਰੋਕਾਰ ਉਸ ਸਰੀਰ ਨੂੰ ਉਸੇ ਤਰ੍ਹਾਂ ਵੱਜਿਆ ਬੁਝਾਇਆ, ਚੌਂਕੜਾ ਵੱਜਿਆ ਹੀ ਚੱਕਦੇ ਆ। ਕਈ ਸਾਧੂਆਂ ਨੂੰ ਫਿਰ ਧਰਤੀ ਵਿੱਚ ਦਫਨਾਇਆ ਜਾਂਦਾ, ਉਹਨਾਂ ਜਗ੍ਹਾ ਪੱਟ ਕੇ ਉਹਦੇ ਵਿੱਚ ਸਰੀਰ ਨੂੰ ਰੱਖ ਕੇ ਔਰ ਉਸ ਦੇ ਉੱਤੇ ਲੂਣ ਆਦਿ ਪਾਇਆ ਜਾਂਦਾ ਤਾਂ ਕਿ ਸਰੀਰ ਜਿਹੜਾ ਹੈ ਮਾਸ ਆਦਿ ਇਹ ਗਲ ਜਾਵੇ। ਉਹਨੂੰ ਕੀੜੇ ਖਾ ਲੈਂਦੇ ਨੇ ਔਰ ਹੱਡੀਆਂ ਦਾ ਜਿਹੜਾ ਬੁੱਤ ਉਹ ਥੱਲੇ ਪਿਆ ਰਹਿੰਦਾ ਹੈ। ਤਰ੍ਹਾਂ ਤਰ੍ਹਾਂ ਦੇ ਨਾਲ ਲੋਕ ਸੰਸਕਾਰ ਕਰਦੇ ਹੈ। ਕੋਈ ਪਾਣੀ ਵਿੱਚ ਪ੍ਰਵਾਹ ਕਰ ਦਿੰਦਾ ਹੈ, ਜਿਹੜੇ ਸਾਧੂਆਂ ਦੀ ਮਰਜ਼ੀ ਹੋਵੇ, ਜਿਵੇਂ ਰਾੜਾ ਸਾਹਿਬ ਵਾਲੇ ਜਿੰਨੇ ਸੰਤ ਹੈ ਉਹ ਕਹਿੰਦੇ ਵੀ ਸਾਨੂੰ ਜਲ ਪ੍ਰਵਾਹ ਕਰ ਦਿਓ। ਕਿਉਂ ਮਹਾਰਾਜ? ਉਹ ਯਾਰ ਜਿੱਥੇ ਸਰੀਰ ਲੋਕਾਂ ਦੇ ਕੰਮ ਲੱਗੇ ਆ ਪ੍ਰਚਾਰ ਦੇ, ਉੱਥੇ ਆ ਮਾਸ ਹੈ ਜਿਹੜਾ ਜਾਨਵਰਾਂ ਦੇ ਕੰਮ ਆ ਜਾਊਗਾ, ਮੱਛੀਆਂ ਖਾ ਲੈਣਗੀਆਂ। ਕਹੋ ਸਤਨਾਮ। ਤੋ ਜ਼ਿਆਦਾਤਰ ਰਾੜਾ ਸਾਹਿਬ ਵਾਲੀ ਸੰਪਰਦਾ ਦੇ ਸੰਤਾਂ ਨੂੰ ਜਿਹੜਾ ਹੈ ਗੁਰੂ ਪਿਆਰਿਓ ਦਰਿਆ ਦੇ ਵਿੱਚ ਪ੍ਰਵਾਹ ਕੀਤਾ ਜਾਂਦਾ ਹੈ, ਔਰ ਮੁਸਲਮਾਨ ਵੀਰ ਦਫਨਾਉਂਦੇ ਆ, ਮਿੱਟੀ ਵਿੱਚ ਰੱਖਦੇ ਹੈ। ਸਾਡੇ ਸਿਸਟਮ ਦੇ ਵਿੱਚ ਸੰਸਕਾਰ ਕੀਤਾ ਜਾਂਦਾ ਹੈ। ਤੋ ਇਸ ਤਰ੍ਹਾਂ ਉਹ ਪੁੱਛਦਾ ਜੀ ਮੈਨੂੰ ਵੀ ਦੱਸੋ। ਪਰਿਵਾਨ ਮੈਂ ਸ਼ਰਨ ਤੁਮਾਰੀ, ਉਪਦੇਸ਼ੋ ਲਖ ਕਰ ਅਧਿਕਾਰੀ। ਮੈਨੂੰ ਜੇ ਮੈਂ ਉਪਦੇਸ਼ ਦਾ ਅਧਿਕਾਰੀ ਹਾਂ, ਕਿਉਂਕਿ ਉਪਦੇਸ਼ ਵੀ ਹਰੇਕ ਨੂੰ ਸਮਝਾਇਆ ਨਹੀਂ ਜਾਂਦਾ, ਇਹ ਵੀ ਦੇਖਣਾ ਪੈਂਦਾ ਵੀ ਇਹ ਬੰਦਾ ਸਾਂਭੂਗਾ ਵੀ ਕਿ ਨਹੀਂ। ਕੋ ਸਤਨਾਮ। ਇਸ ਕਰਕੇ ਕਹਿਣ ਲੱਗਿਆ ਜੇ ਮੈਂ ਅਧਿਕਾਰੀ ਹਾਂ ਤਾਂ ਮੈਨੂੰ ਵੀ ਇਹ ਉਪਦੇਸ਼ ਦੇਣਾ ਕਰੋ ਜਿਹੜਾ ਮਾਤਾ ਜੀਤੋ ਜੀ ਨੂੰ ਦੇਣਾ ਕੀਤਾ ਜੀ। ਭਿਓ ਦੀਨ ਕਲ ਕੀ ਤਰ ਜਾਣਾ, ਤਿਸ ਹੀ ਬਿਦ ਕੋ ਜੋਗ ਬਕਾਨਾ। ਔਰ ਜਦੋਂ ਬੜੇ ਹੀ ਪਿਆਰ ਨਾਲ ਇਹਨੇ ਚਰਨਾਂ 'ਚ ਬੈਠ ਕੇ ਨਮਸਕਾਰ ਕੀਤੀ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਇਹ ਤਾਂ ਸਭ ਨੂੰ ਹੀ ਦੱਸਣਾ ਚਾਹੁੰਦੀ ਹੈ ਗੱਲ, ਪਰ ਸਮਝਣ ਵਾਲੇ ਕੋਈ ਬਿਰਲੇ ਬਿਰਲੇ ਹੈਨ ਬਿਰਲੇ, ਨਾ ਹੀ ਘਣੇ ਫੈਲ ਫਕਰ ਸੰਸਾਰ। ਚਲੋ ਇਹਨੇ ਬੇਨਤੀ ਕੀਤੀ, ਪਾਤਸ਼ਾਹ ਨੇ ਉਹ ਜੁਗਤ ਇਸ ਨੂੰ ਵੀ ਸਮਝਾ ਦਿੱਤੀ ਹੈ ਕਿਸ ਤਰ੍ਹਾਂ ਸਿਮਰਨ ਕਰਨਾ ਹੈ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਪੋ ਆਪਾਂ ਵੀ। ਵਾਹ ਗੁਰੂ 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 ਵਾਹ ਗੁਰੂ
ਵਾਹਿਗੁਰੂ 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 ਇਉਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਪਰਸੁਰਾਮ ਨੂੰ ਵੀ ਗਿਆਨ ਦੇਣਾ ਕੀਤਾ ਹੈ। ਸਤ ਸੰਗਤ ਕੋ ਪ੍ਰਾਪਤ ਸੋ ਪੇਹੋ ਜੋਗ ਸਾਧ ਰਬ ਭੇਦਤ ਗਿਓ। ਇਸ ਤਰ੍ਹਾਂ ਸਭ ਤਰ੍ਹਾਂ ਨਾਲ ਸਮਝਾਉਣਾ ਕੀਤਾ। ਕਿਸ ਤਰ੍ਹਾਂ ਜੋਗ ਦਾ ਮਤਲਬ ਕੰਨਾਂ ਵਿੱਚ ਮੁੰਦਰਾ ਪਾਉਣਾ ਨਹੀਂ, ਜੋਗ ਦਾ ਮਤਲਬ ਜੁੜਨਾ ਹੈ, ਦੋਆਂ ਦਾ ਇੱਕ ਹੋਣਾ। ਕਰਤ ਤਪੱਸਿਆ ਜਬ ਹਮ ਭਇਓ ਦਵੈ ਤੇ ਏਕ ਰੂਪ ਹੋਏ ਗਇਓ ਚਿਤਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਉਹ ਜੋਗ ਹੈ, ਦੋਆਂ ਦਾ ਇੱਕ ਹੋਣਾ, ਦੋਆਂ ਦੀ ਪਾਵਰ ਦਾ ਇੱਕ ਹੋ ਜਾਣਾ। ਜਿਵੇਂ ਦੋ ਬਲਦਾਂ ਨੂੰ ਆਪਾਂ ਪੰਜਾਲੀ ਵਿੱਚ ਪਾ ਦਈਏ ਤਾਂ ਉਹਨੂੰ ਦੋ ਬਲਦ ਨਹੀਂ ਕਹਿੰਦੇ, ਉਹਨੂੰ ਬਲਦਾਂ ਦੀ ਜੋਗ ਕਹਿੰਦੇ ਆ। ਕੋ ਸਤਨਾਮ। ਇਸੇ ਤਰ੍ਹਾਂ ਸਾਡੀ ਸੁਰਤ ਦਾ ਸ਼ਬਦ ਨਾਲ ਇੱਕਮਿਕ ਹੋ ਜਾਣਾ, ਆਤਮਾ ਦਾ ਪ੍ਰਮਾਤਮਾ ਵਿੱਚ ਲੀਨ ਹੋ ਜਾਣਾ। ਹਰ ਕਾ ਸੇਵਕ ਸੋ ਹਰ ਜਿਹਾ ਹੋ ਜਾਂਦਾ ਹੈ। ਇਸ ਤਰ੍ਹਾਂ ਮੇਰੇ ਪ੍ਰੀਤਮ ਜੀ ਕਹਿੰਦੇ ਜਦੋਂ ਉਹਨੂੰ ਸਮਝ ਆਈ, ਉਹਨੇ ਵੀ ਯੋਗ ਸਾਧਨਾ ਪਰਮੇਸ਼ਰ ਦੇ ਨਾਲ ਜੁੜਨ ਲਈ ਕਰਨੀ ਕੀਤੀ ਹੈ। ਯੋਗ ਸਾਧ ਰਵ ਭੇਦਤ ਗਇਓ। ਰਵੀ ਦਾ ਭਾਵ ਹੈ ਸੂਰਜ ਮੰਡਲ ਨੂੰ ਲੰਘ ਜਾਣਾ। ਸਾਡੇ ਸਰੀਰ ਦੇ ਵਿੱਚ ਵੀ ਸਭ ਕੁਝ ਹੈ ਤੇ ਬਾਹਰ ਵੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਤਾਂ ਸੂਰੀਆ ਮੰਡਲ ਸਾਡੇ ਦਿਮਾਗ ਦੇ ਵਿੱਚ ਵੀ ਹੈ। ਬ੍ਰਹਮ ਰੁੰਦਰ ਨਾੜੀ ਨੂੰ ਭੰਨ ਕੇ ਇਹ ਜੀਵ ਜਿਹੜਾ ਹੈ ਸੱਚਖੰਡ ਵਸਦਾ ਹੈ। ਭਗਤ ਰਾਮ ਕੋਇਰ ਕਥ ਭਾਈ ਸੁਨੋ ਖਾਲਸਾ ਹਿਤ ਚਿਤ ਲਾਈ। ਔਰ ਇਹ ਕਥਾ ਆਪਾਂ ਨੂੰ ਕੌਣ ਸੁਣਾ ਰਿਹਾ? ਰਾਮ ਕੋਇਰ ਜੀ, ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨੰਨ ਪਿਆਰੇ ਸਿੱਖ, ਬਾਬਾ ਬੁੱਢਾ ਜੀ ਦੇ ਵੰਸ਼ ਦੇ ਜਿਹੜੇ ਹਨ ਗੁਰ ਪਿਆਰਿਓ ਤਾਰੇ, ਬਾਬਾ ਰਾਮ ਕੋਇਰ ਜੀ ਨੇ ਸਾਰੀ ਕਥਾ ਸੁਣਾਈ ਸੀ। ਸ਼ੁਰੂਆਤ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਨੇ ਫਿਰ ਇਸ ਨੂੰ ਛੰਦਾਬੰਦੀ ਵਿੱਚ ਕਰਨਾ ਕੀਤਾ, ਪਰ ਨਾਮ ਉਹਨਾਂ ਦਾ ਹੀ ਰੱਖਿਆ। ਤਾਂ ਰਾਮ ਕੋਇਰ ਜੀ ਕਹਿੰਦੇ ਖਾਲਸਾ ਜੀ, ਮੈਂ ਤੁਹਾਡੇ ਹਿੱਤ ਲਈ, ਤੁਹਾਡੇ ਵਾਸਤੇ, ਤੁਹਾਡੇ ਪਿਆਰ ਦੇ ਵਿੱਚ ਮੈਂ ਵੀ ਸੋਬਿਤ ਬੂਜਨ ਕੀਨੀ ਪਰਸਰਾਮ ਸੋ ਜੋ ਕਹਿ ਦੀਨੀ। ਮੈਂ ਵੀ ਪੁੱਛਿਆ ਮਹਾਰਾਜ ਇਹ ਤਾਂ ਗੱਲ ਫਿਰ ਸੰਗਤਾਂ ਦੇ ਭਲੇ ਦੀ ਹੈ, ਮੈਨੂੰ ਵੀ ਦੱਸਣੀ ਕਰੋ। ਸੁਨ ਕਰ ਕਲਗੀ ਧਰ ਮੁਸਕਾਏ ਮੋਹ ਸੰਗ ਕਹਿਓ ਅਦਕ ਅਪਨਾਏ। ਅਦਕ ਅਪਨਾਏ ਆਪਣੇ ਵਾਂਗੂ। ਗੁਰੂ ਗੋਬਿੰਦ ਸਿੰਘ ਤੇ ਰਾਮ ਕੋਇਰ ਜੀ ਬਹੁਤ ਹੀ ਇੱਕ ਦੂਜੇ ਨਾਲ ਘੁਲੇ ਮਿਲੇ ਸੀ। ਕਹੋ ਸਤਨਾਮ। ਕਿਉਂਕਿ ਬਾਬੇ ਨਾਨਕ ਤੋਂ ਇਸ ਘਰ ਦੇ ਨਾਲ ਬਹੁਤ ਜ਼ਿਆਦਾ ਹਿੱਤ ਹੈ, ਤੋਂ ਬਾਬਾ ਬੁੱਢਾ ਜੀ ਦੀ ਵੰਸ਼ ਹੈ। ਰਾਮ ਕੋਇਰ ਜੀ ਕਹਿਣ ਲੱਗੇ, ਮੈਂ ਕਿਹਾ ਪਾਤਸ਼ਾਹ ਜੀ ਇਹ ਤਾਂ ਚੀਜ਼ ਤੁਹਾਡੀ ਸਾਰੇ ਖਾਲਸੇ ਪੰਥ ਵਾਸਤੇ ਹੈ। ਤਾਂ ਕੀ ਆਪਾਂ ਇਹ ਗੱਲ ਜਾਣਦੇ ਹਾਂ? ਕਹੋ ਸਤਨਾਮ। ਨਹੀਂ ਜਾਣਦੇ, ਬਹੁਤੇ ਨਹੀਂ ਜਾਣਦੇ, ਬਿਰਲੇ ਬਿਰਲੇ ਜਾਣਦੇ ਹਨ। ਇਹ ਸਿਮਰਨ ਕਰਨ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਦਾ ਕਿ ਬਾਣੀ ਕਹਿੰਦੀ ਕੀ ਹੈ। ਔਰ ਬਾਣੀ ਦੇ ਅਰਥ ਫਿਰ ਤੁਹਾਨੂੰ ਨਾ ਅਰਥ ਕਰਕੇ ਸੁਣਾਉਣ ਦੀ ਲੋੜ ਨਹੀਂ ਪੈਣੀ। ਜਿਹੜੇ ਸਿਮਰਨ ਕਰ ਲਿਆ ਤੁਹਾਡੇ ਅੰਦਰੋਂ ਹੀ ਇਹ ਖੁੱਲ੍ਹਣੀ ਸ਼ੁਰੂ ਹੋ ਜਾਣੀ ਆ। ਕੋ ਸਤਨਾਮ। ਸੋ ਬਹੁਤ ਤਕੜੀ ਚੀਜ਼ ਹੈ। ਭਾਈ ਰਾਮ ਕੋਇਰ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਖਾਲਸੇ ਪੰਥ ਦੇ ਵਾਸਤੇ ਹੈ, ਮੈਨੂੰ ਦੱਸਣਾ ਕਰੋ ਜੀ। ਬ੍ਰਹਮ ਆਤਮਾ ਸਚਦਾਨੰਦ ਗਿਆਨ ਪਿਓ ਸੁਖ ਭੋਗ ਬਿਲੰਦ। ਮਹਾਰਾਜ ਮੈਂ ਵੀ ਉਸ ਸੱਚ ਦਾ ਆਨੰਦ ਪਰਿਪੂਰਨ ਪਰਮੇਸ਼ਰ ਵਿੱਚ ਮਿਲਣਾ ਚਾਹੁੰਦਾ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਰਾਮ ਕੋਇਰ ਜੀ ਤੈਨੂੰ ਤਾਂ ਪਹਿਲਾਂ ਹੀ ਬਹੁਤ ਗਿਆਨ ਹੋਇਆ ਹੈ, ਤੂੰ ਤਾਂ ਬਹੁਤ ਵੱਡਾ ਸੁਖ ਭੋਗ ਚੁੱਕੇ ਹੈ। ਭਾਵ ਵੱਡੇ ਵੱਡੇ ਬ੍ਰਹਮ ਗਿਆਨੀ ਵੀ ਹੋ ਕੇ ਬਾਬੇ ਬੁੱਢੇ ਦੀ ਵੰਸ਼ ਵਾਲਿਆਂ ਨੇ ਕਦੇ ਹੰਕਾਰ ਨਹੀਂ ਕੀਤਾ। ਕੋਈ ਸਤਨਾਮ। ਬਾਬਾ ਬੁੱਢਾ ਜੀ ਨੇ 5 ਗੁਰੂਆਂ ਦੀ ਸੇਵਾ ਕੀਤੀ ਹੈ, ਹਿਸਾਬ ਲਾ ਲਓ। 6ਵੇਂ ਪਾਤਸ਼ਾਹ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਆ, ਉਸ ਤੋਂ ਬਾਅਦ ਉਹ ਗਏ ਆ 7ਵੇਂ ਤੋਂ ਪਹਿਲਾਂ 6ਵੇਂ ਦੇ ਦੌਰਾਨ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਪਰ ਉਹਨਾਂ ਨੇ ਕਦੇ ਵੀ ਐਸਾ ਫੁਰਨਾ ਨਹੀਂ ਲਿਆਂਦਾ ਕਿ ਮੈਂ ਵੀ ਕਦੇ ਗੁਰੂ ਬਣ ਕੇ ਬੈਠਾ। ਕੋਈ ਸਤਨਾਮ। ਸੇਵਾ ਹੀ ਕਰਦੇ ਰਹੇ। ਇਸੇ ਤਰ੍ਹਾਂ ਰਾਮ ਕੋਇਰ ਜੀ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਗਿਆਨ ਸੀ। ਫਿਰ ਵੀ ਬੇਨਤੀ ਕਰਦੇ, ਮਹਾਰਾਜ ਇਹ ਤਾਂ ਸਾਰੇ ਖਾਲਸਾ ਪੰਥ ਵਾਸਤੇ ਹੈ, ਮੈਨੂੰ ਵੀ ਦੱਸੋ। ਕਹਿੰਦੇ ਤੁਹਾਨੂੰ ਤਾਂ ਪਹਿਲਾਂ ਹੀ ਬਹੁਤ ਗਿਆਨ ਹੈ ਬਾਬਾ ਜੀ। ਇਹੋ ਸਾਧ ਮੈਂ ਜੋਤ ਤਿਸਾਰ ਸੋ ਤੋ ਪ੍ਰਾਪਤ ਅਹੇ ਉਧਾਰ। ਜਿਹੜਾ ਮੇਰੇ ਇਸ ਗਿਆਨ ਦੇ ਵਿੱਚ ਤਤਸਾਰ ਹੈ, ਇਹ ਤਾਂ ਤੂੰ ਪਹਿਲਾਂ ਹੀ ਜਾਣਦਾ ਹੈ ਵੀ ਕਿਸ ਤਰ੍ਹਾਂ ਅਸੀਂ ਸਰੀਰ ਨੂੰ ਤਿਆਗਣਾ ਹੈ, ਕਿਸ ਤਰ੍ਹਾਂ ਅਸੀਂ ਨਾਮ ਜਪਣਾ ਹੈ,
ਤੇ ਸਰੀਰ ਨੂੰ ਭਾਵੇਂ ਕਿ ਲਗਭਗ ਸਮੇਂ ਸਿਰ ਹੀ ਸਰੀਰ ਤਿਆਗਿਆ ਜਾਂਦਾ ਹੈ, ਪਰ ਬ੍ਰਹਮ ਗਿਆਨੀ ਆਪਦੀ ਮੌਜ ਦੇ ਵਿੱਚ ਪਹਿਲਾਂ ਵੀ ਚਲੇ ਜਾਂਦੀ ਹੈ, ਚਾਹਣ ਤਾਂ ਲੰਮਾ ਰੱਖ ਵੀ ਲੈਂਦੇ ਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਰੀ ਸਮੇਂ ਸਰੀਰ ਤਿਆਗਣ ਦੀ ਤਿਆਰੀ 'ਚ, ਸਾਰੀਆਂ ਸਿੱਖ ਸੰਗਤਾਂ ਪਰਿਵਾਰ ਆ ਗਿਆ, ਮਾਤਾ ਸੁਲੱਖਣੀ ਜੀ ਕੋਲ ਬੈਠੇ ਆ, ਪਰ ਦੋਨੇ ਸਾਹਿਬਜ਼ਾਦੇ ਨਹੀਂ ਆਏ, ਦੋਨੇ ਪੁੱਤਰ ਨਹੀਂ ਆਏ। ਕੋ ਸਤਨਾਮ। ਸਿੱਖ ਨੂੰ ਕਿਹਾ ਜਾਓ, ਕਹਿ ਦਿਓ ਸ੍ਰੀ ਚੰਦ ਹੋਰਾਂ ਨੂੰ ਆ ਜਾਣ, ਹੁਣ ਤਾਂ ਮੈਂ ਜਾਣਾ ਹੈ। ਉਹ ਕਹਿੰਦੇ ਕਿੱਥੇ ਬਾਪੂ ਐਂ ਮਰਦਾ ਹੈ, ਆ 10-12 ਦਿਨ ਪਹਿਲਾਂ ਵੀ ਐਂ ਕਹਿੰਦਾ ਸੀਗਾ ਮੈਂ ਜਾਣਾ ਹੈ, ਫਿਰ ਮੁੜ ਕੇ ਕੈਂਸਲ ਕਰਤਾ। ਕੋ ਸਤਨਾਮ। ਐਂ ਕਿ ਚੰਗਾ ਭਲਾ ਹੈ, ਉਹਨੂੰ ਕੀ ਹੁੰਦਾ ਹੈ। ਕਈ ਵਾਰੀ ਸੁਨੇਹਾ ਕਹਿੰਦੇ ਭੇਜਿਆ ਤੇ ਬਾਬਾ ਸ਼੍ਰੀ ਚੰਦ ਨੇ ਕਹਿੰਦੇ ਗੌਰ ਨਾ ਕੀਤੀ ਗੱਲ ਤੇ, ਕਹਿੰਦੇ ਯਾਰ ਛੱਡੋ ਬੈਠੇ। ਅਖੀਰ ਸਮਾਂ ਆਇਆ, ਬਾਬਾ ਬੁੱਢਾ ਨੂੰ ਕਹਿਣ ਲੱਗੇ ਵੀ ਇੱਥੇ ਪੋਚਾ ਲਾਓ, ਮੈਂ ਕਮਰੇ ਦੇ ਵਿੱਚ, ਕੋਠੜੀ ਸਾਹਿਬ ਉਸ ਨੂੰ ਕਹਿੰਦੇ ਆ ਕਰਤਾਰਪੁਰ ਸਾਹਿਬ ਦੇ ਵਿੱਚ, ਕਹਿੰਦੇ ਇੱਥੇ ਪੋਚਾ ਲਾਓ ਤੇ ਘਾਹ ਵਿਛਾਓ ਤੇ ਆਪਾਂ ਚੱਲੀਏ। ਨਹੀਂ ਆਉਂਦੇ, ਉਹਨਾਂ ਦੀ ਮਰਜ਼ੀ ਆ। ਕੋ ਸਤਨਾਮ। ਘਾਹ ਵਿਛਾਇਆ, ਲੰਬੇ ਪਏ ਚਾਦਰ ਲੈ ਕੇ ਤੇ ਸਰੀਰ ਤਿਆਗ ਦਿੱਤਾ। ਔਰ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਵੀ ਸਰੀਰ ਤਿਆਗ ਗਏ ਹਨ। ਸੰਗਤਾਂ ਬਰਾਕ ਕਰਨ ਲੱਗੀਆਂ। ਮਾਤਾ ਸੁਲੱਖਣੀ ਰੋਂਦੇ ਹੋਏ ਕਹਿਣ ਲੱਗੇ ਜਾਓ ਸੱਦ ਲਿਆਓ ਉਹਨਾਂ ਨੂੰ, ਹੁਣ ਤਾਂ ਆ ਜਾਓ, ਸਰੀਰ ਛੱਡ ਗਏ ਉਹ। ਕੋ ਸਤਨਾਮ। ਹੁਣ ਤਾਂ ਆ ਜਾਓ। ਸਿੱਖ ਗਿਆ ਸੱਦਣ ਵਾਸਤੇ, ਆ ਗਏ। ਆ ਕੇ ਬਾਬਾ ਬੁੱਢਾ ਜੀ ਨੂੰ ਵੇਖਿਆ, ਵਾਕਿਆ ਸਾਰੇ ਰੋ ਰਹੇ ਹੈ, ਤਾਂ ਸਾਰੇ ਹੀ ਰੋ ਰਹੇ ਆ, ਵਾਕਿਆ ਸਰੀਰ ਤਿਆਗ ਕੇ ਜਾਏ। ਅੰਦਰ ਚਲੇ ਗਏ, ਕੋਲ ਲੰਬਾ ਪਿਆ ਸਰੀਰ ਤੇ ਕੋਲੇ ਬੈਠ ਕੇ ਨੇ ਬਾਪੂ ਸਾਡੇ ਨਾਲ 4 ਘੜੀਆਂ ਗੱਲਾਂ ਤਾਂ ਕਰ ਲੈਂਦਾ। ਕੋ ਸਤਨਾਮ। ਤੇ ਉੱਠ ਕੇ ਬੈਠੇ ਹੋ ਗਏ, ਕਹਿੰਦੇ ਹੁਣ ਦੱਸੋ ਕੀ ਕਰਨੀ ਹੈ। ਪਰ 4 ਘੜੀਆਂ ਮੰਗੀਆਂ, ਜੇ ਤੁਸੀਂ 4 ਯੁੱਗ ਵੀ ਕਹਿੰਦੇ ਮੈਂ 4 ਯੁੱਗ ਹੋਰ ਰਹਿ ਪੈਂਦਾ। ਕੋ ਸਤਨਾਮ। ਤੁਸੀਂ 4 ਘੜੀਆਂ ਮੰਗੀਆਂ, 4 ਘੜੀਆਂ ਦੇ ਵਿੱਚ ਜੋ ਕਰਨਾ ਕਰ ਲਓ ਗੱਲਬਾਤ ਹੁਣ। तो फिर श्री चंद होरां ने बेबे सुलखणी होरां ने बेनती की भी महाराज गुरता गद्दी तुसी देती लैणा जी नूं ते असी कित्थों खावांगे, साडा की बनूगा। गुनाह पातशाह कहंदे लैणा तां इस दे काबल सी, प्रचार तां उही करूगा सिੱਖੀ ਦਾ। ਤੇ इस गुरु नानक दे घर तां कुत्ते भी रज रज जाणगे, तुहानूं तां बहुत कुछ मिलूगा, तुसीं तां फिर भी मेरे पुत्र हो। को सतनाम। इस घर दे विच वाकई किसी चीज़ का घाटा नहीं है। तो खैर गुरु प्यारे इस तरह गुरु नानक के घर भी सारिया दात है। साचे साहिबा क्या ना ही घर तेरा गल ही मुकाती। तीजे पातशाह ने कि तेरे घर विचों किहड़ी वस्तु है जिहड़ी नहीं है। इत्थे ज्ञान दे नाल ब्रह्म ज्ञान है और गुरु प्यारो संसारी वस्तुआं भी है। इच्छा पूर्वक सर्व सुख दाता हर जाके वस है, काम तेना सो ऐसा हर ध्याइया मेरे जीअड़े ते सर्व सुख पावे मेरे मना। जप मन सतनाम सदा सतनाम हलत पलत मुखी उज्जल होई है, नित्याइया हर पुरख निरंजना। तो मेरे प्रीतम जी कह रहे सी इस तरह जदों राम कोयल जी ने पूछया, पातशाह कहने एदा आही तत है, तैनू तां पता ही है बाबा। अंतकाल जब होवे तोरा ताहे समय दर्शन होए मोरा। जदों तेरा आखिरी समा होवेगा उदों मैं तेरे सामने होवांगा, तैनू मेरे दर्शन होणगे। मोहे चरण को सिख मोया है, मम समीपता सद ही लहै। तू तां मेरे चरनां दा मुखी सिख है। सब तो पहली सिख जिहड़ा बाबा बुढ़ा जी गुरु नानक पातशाह जी दे बने मुखी सिख, अगे जाके इन्हां नूं वजीर भी बनाया गया गुरु नानक दे घर दे। तो इस तरह गुरु प्यारिओ कहण लगे तू तां मेरा मुखी सिख है, तू तो हमेशा मेरे चरना विच रहेगा। इस दिन मन सतगुर में लायो, नहीं बेकार छोहन को पायो। तुसी तां दिन रात जेड़ा है मेरे चरना नाल जुड़ के बतीत कीता है। तुहाडी अंदर तां किसी तरह दा फुरना भी नहीं उठियागा। इत याद कमज सो तब कहो, गुरु कृपाल अपन पर रहयो। इस तरह भाई राम कोयल जी कहते मेरे ते भी बड़ी कृपा की गुरु साहब ने। मैनू जब बेनती की ते इदां जवाब दिता जे, हाथ बंद मैं बंधन कीना, बदर बंधन सिर धर दीना। फिर मैं हथ बन के चरना ते नमस्कार की, सिर धर के ते बेनती कीती जी। सुनिए साहब सिंह लिखारी, ए साखी गुर आप उचारे। ये जिहड़ी साखी है भाई साहब भाई राम कोयल जी कहते गुरु साहब ने सारी अपने मुखों समझाई सी, सुनाई सी। और साहब सिंह लिखारी शायद लिखण वास्ते लाया इन्हां ने।
ਸਿੱਖ ਸੰਗਤਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਇੱਕ ਤੁਸੀਂ ਹੋ ਜਿਹੜੇ ਗੁਰੂ ਨਾਨਕ ਦੇ ਘਰ ਦੀ ਹਰ ਭੇਦ ਨੂੰ ਜਾਣਦੇ ਹੋ, ਤੇ ਤੁਸੀਂ ਦੂਜੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਸਾਰਾ ਇਤਿਹਾਸ ਲਿਖਾਓ। ਤੇ ਰਾਮ ਕੌਰ ਜੀ ਕਹਿੰਦੇ ਭਲਿਓ, ਮੈਂ ਤਾਂ ਬੜਾ ਲੇਟ ਜਨਮ ਲਿਆ, ਮੈਂ ਤਾਂ 10ਵੇਂ ਪਾਤਸ਼ਾਹ ਵੇਲੇ 2 ਮਹੀਨਿਆਂ ਦਾ ਸੀਗਾ, ਮੇਰੇ ਗੁੱਠੇ ਨਾਲ ਤਿਲਕ ਕਰਾਇਆ, ਤੇ ਮੈਂ ਤਾਂ ਪਹਿਲੇ ਗੁਰੂਆਂ ਦੇ ਦਰਸ਼ਨ ਵੀ ਨਹੀਂ ਕੀਤੇ। ਸੰਗਤਾਂ ਨੇ ਫਿਰ ਕਿਹਾ ਬਾਬਾ ਜੀ ਤੁਹਾਨੂੰ ਬਾਬੇ ਨਾਨਕ ਦਾ ਵਰ ਹੈ ਕਿ ਬੁੱਢਿਆ ਮੈਂ ਦੁਨੀਆ ਤੋਂ ਓਲੇ ਹੋ ਸਕਦਾ ਪਰ ਤਾਂ ਇੱਥੋਂ ਓਲੇ ਨਹੀਂ ਹੋਊਗਾ। ਕਹੋ ਸਤਿਨਾਮ। ਤੁਸੀਂ ਅਰਦਾਸ ਬੇਨਤੀ ਕਰਕੇ ਲਿਖਾਉਣਾ ਸ਼ੁਰੂ ਕਰੋ ਇਤਿਹਾਸ, ਆਪੇ ਗੁਰੂ ਨਾਨਕ ਕਿਰਪਾ ਕਰਨਗੇ। ਫਿਰ ਉਹਨਾਂ ਨੇ ਦੂਜੇ ਪਾਤਸ਼ਾਹ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਇਤਿਹਾਸ ਲਿਖਾਇਆ। ਕਹਿਣ ਲੱਗੇ ਸਾਹਿਬ ਸਿੰਘ ਨੂੰ, ਸਾਹਿਬ ਸਿੰਘ ਇਹ ਸਾਖੀ ਮੈਨੂੰ ਗੁਰੂ ਸਾਹਿਬ ਨੇ ਆਪ ਦੱਸੀ ਹੈ। ਮੋਕੋ ਦੀਨੀ ਕਿਰਪਾ ਕਰਕੇ ਤੋ ਲਿਖ ਸਿੱਖਨ ਹੇਤ ਸੁਧਰ ਕੇ। ਔਰ ਦੇਖੋ ਇਹ ਜਿਹੜੀ ਸਾਖੀ ਹੈ ਮਾਤਾ ਜੀਤੋ ਜੀ ਵਾਲੀ, ਇਹ ਸਾਡੇ ਸਾਰਿਆਂ ਦੇ ਕੰਮ ਦੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਚਲੋ ਬਾਕੀਆਂ ਦੇ ਵਿੱਚ ਭਾਵੇਂ ਸਤਿਗੁਰਾਂ ਦੀ ਸਿਫਤ ਹੈ, ਮਹਿਮਾ ਹੈ, ਜੀਵਾਂ ਦੇ ਉਧਾਰ ਦੀਆਂ ਗੱਲਾਂ ਹਨ, ਪਰ ਆਹ ਤਾਂ ਸਪਸ਼ਟ ਹੀ ਗੱਲ ਹੈ ਨਾ ਕਿ ਸਾਡਾ ਉਧਾਰ ਹੋ ਕਿਵੇਂ ਸਕਦਾ ਹੈ, ਅਸੀਂ ਕਿਹੜਾ ਸਿਮਰਨ ਕਿਵੇਂ ਕਰਨਾ ਹੈ। ਤਾਂ ਪਾਤਸ਼ਾਹ ਜੀ ਬਾਬਾ ਰਾਮ ਕੌਰ ਜੀ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਖੀ ਗੌਰ ਨਾਲ ਲਿਖੋ, ਸੁਧਾਰ ਕੇ ਲਿਖੋ, ਤਾਂ ਕਿ ਸਿੱਖ ਸੰਗਤਾਂ ਇਸ ਤੋਂ ਲਾਹਾ ਖੱਟ ਲੈਵਣ ਜੀ। ਸਭ ਸੁਖਦਾਇਕ ਗੁਰ ਕੀ ਕਥਾ ਸਰੋਤਾ ਜਿਮ ਬਾਛਤ ਤੇ ਤਥਾ। ਤਾਂ ਵੈਸੇ ਸਰੋਤਿਓ ਸਾਰੀ ਕਥਾ ਹੀ ਸੁਖ ਦੇਣ ਵਾਲੀ ਹੈ ਗੁਰੂਆਂ ਦੀ। ਔਰ ਇਸ ਕਥਾ ਨੂੰ ਸੁਣ ਕਰਕੇ ਤੁਸੀਂ ਜੋ ਵੀ ਬੇਨਤੀ ਕਰੋਗੇ, ਫੁਰਨਾ ਬਣਾਓਗੇ, ਮਨ ਬਾਛਤ ਫਲ ਮਿਲਣਗੇ। ਭਾਵ ਕਥਾ ਵੀ ਸੁਣਿਆ ਕਰੋ, ਕਿਉਂਕਿ ਕਥਾ ਸੁਣਾਂਗੇ ਤਾਂ ਗੁਰੂ ਨਾਲ ਪਿਆਰ ਵਧੂਗਾ। ਸੁਣ ਸਾਖੀ ਮਨ ਜਾ ਪਿਆਰ, ਆ ਮਨਾ ਤੈਨੂੰ ਮੈਂ ਗੁਰੂ ਦੀਆਂ ਸਾਖੀਆਂ ਸੁਣਾਵਾਂ, ਤੂੰ ਜਪਿਆ ਕਰ ਪਿਆਰ ਨਾਲ। ਆ ਦੇਖ ਅਜਾਮਲ ਉਦਰਿਆ ਕਹਿ ਏਕ ਵਾਰ, ਗਣਕਾ ਉਦਰੀ ਹਰ ਕਹੇ ਤੋਤ, ਮਨ ਸਿਮਰ ਤੂੰ ਹੋਹੇ ਮੋਖ। ਤੇ ਉਹਨਾਂ ਦੇ ਵਿੱਚੋਂ ਹੀ ਅੱਜ ਹੋਲੀ ਦਾ ਦਿਹਾੜਾ ਮਨਾਇਆ ਜਾ ਰਿਹਾ ਗੁਰੂ ਪਿਆਰਿਓ। ਤੇ ਹੋਲਕਾ ਨਾਮ ਦੀ ਹਰਨਾਕਸ਼ ਦੀ ਭੈਣ, ਜਿਸ ਨੇ ਪ੍ਰਹਿਲਾਦ ਨੂੰ ਮਾਰਨਾ ਚਾਹਿਆ ਸੀ, ਪਰ ਪਰਮੇਸ਼ਰ ਦੀ ਕਿਰਪਾ ਸਦਕਾ ਪ੍ਰਹਿਲਾਦ ਬਚ ਗਿਆ ਤੇ ਹੋਲਕਾ ਜਿਹੜੀ ਆ ਉਹ ਸੜ ਕੇ ਸਵਾਹ ਹੋ ਗਈ। ਜਿਸ ਨੂੰ ਮੁੜ ਕੇ ਗੁਰੂ ਪਿਆਰਿਓ ਹਰਨਾਕਸ਼ ਦੇ ਬੰਦਿਆਂ ਨੇ ਉਹ ਸਵਾਹ ਦਾ ਢੇਰ ਉਡਾਇਆ, ਪਾਸੇ ਕੀਤਾ, ਜਿਵੇਂ ਆ ਹੋਲੀ ਵਾਲੇ ਡਾਉਂਦੇ ਫਿਰਦੇ ਆ ਸਵਾਹ ਸਵੂ ਜੀ ਰੰਗ ਰੁੰਗ ਜੇ। ਇਹ ਸਾਰੇ ਹਰਨਾਕਸ਼ ਦੇ ਪੈਰੋਕਾਰ ਬਣੇ ਹੋਏ। ਅੱਜ ਕਿੰਨੇ ਭਿਆਨਕ ਉਹ ਦੁਕਾਨਦਾਰਾਂ ਨੇ ਹੋਰ ਵੀ ਪਤਾ ਨਹੀਂ ਰੰਗ ਬਰੰਗੇ ਜੇ ਪੂੰਝੇ ਜੇ ਲਾਤੇ ਕੁੱਕੜਾਂ ਵਾਲੇ ਉਹਨਾਂ ਦੇ ਸਿਰ ਤੇ, ਹੋਰ ਵੀ ਭਿਆਨਕ ਰੂਪ ਜਮਾ ਉਹੀ ਸੀਨ ਬਣਾ ਲਿਆ ਹਰਨਾਕਸ਼ ਵੇਲੇ ਦਾ ਦੈਂਤਾਂ ਵਾਲਾ। ਕਹੋ ਸਤਿਨਾਮ। ਫਿਰ ਉਹਨਾਂ ਨੇ ਸਵਾਹ ਉਡਾਈ ਸੀਗੀ ਉਹ ਢੇਰ ਜਿਹਦੇ ਵਿੱਚ ਪ੍ਰਹਿਲਾਦ ਨੂੰ ਲੈ ਕੇ ਉਹਦੀ ਭੂਆ ਬੈਠੀ ਸੀ। ਔਰ ਜਿਵੇਂ ਆਪਾਂ ਛੋਟਾ ਨਾਮ ਲੈ ਦਿੰਦੇ ਆ ਕਿਸੇ ਦਾ, ਚਰਨਾ ਚੰਨੀ, ਐਵੇਂ ਉਸ ਦਾ ਨਾਂ ਰੱਖ ਲਿਆ ਹੋਲਕਾ ਦਾ, ਹੋਲੀ। ਤੇ ਉਹ ਉਡਾਉਂਦੇ ਹੋਏ ਸਵਾਹ ਨੂੰ ਕਹਿ ਰਹੇ ਸੀ ਹੋਰੀ ਹੈ ਵੀ ਹੋਲਕਾ ਹੈਗੀ ਆ। ਉਹਦੇ ਕੋਲੇ ਚਾਦਰ ਸੀਗੀ, ਰਿਸ਼ੀਆਂ ਨੇ ਵਰ ਦਿੱਤਾ ਸੀ ਵੀ ਚਾਦਰ ਲੈ ਕੇ ਜੇ ਤੂੰ ਅੱਗ 'ਚ ਵੜ ਜੇ ਨਾ ਤੈਨੂੰ ਅੱਗ ਨਹੀਂ ਮਚਾ ਸਕੂਗੀ। ਪਰ ਉਸ ਨੇ ਉਸ ਵਰ ਨੂੰ ਦੁਰਵਰਤੋਂ ਕੀਤੀ, ਮਿਸਯੂਜ ਕੀਤਾ ਉਸ ਦਾ। ਪ੍ਰਹਿਲਾਦ ਭਗਤ ਨੂੰ ਮਾਰਨ ਵਾਸਤੇ ਚਾਦਰ ਲੈ ਕੇ ਬੈਠੀ, ਔਰ ਐਸੀ ਹਵਾ ਵਗੀ ਚਾਦਰ ਉੱਡ ਕੇ ਭਗਤ ਤੇ ਪੈ ਗਈ ਤੇ ਹੋਲਕਾ ਸੜ ਕੇ ਸਵਾਹ ਹੋ ਗਈ। ਜਦ ਪੂਰੀ ਸਵਾਹ ਉਡਾਈ ਗਈ ਤੇ ਥੱਲਿਓ ਭਗਤ ਪ੍ਰਹਿਲਾਦ ਨਿਕਲ ਆਇਆ। ਕੋ ਸਤਨਾਮ। ਉਦੋਂ ਵੀ ਸੁੰਦਰ ਸਰੂਪ। ਤੇ ਅਖੀਰ ਨਰਸਿੰਘ ਤੋਂ ਗੁਰੂ ਪਿਆਰਿਓ ਹਰਨਾਕਸ਼ ਦਾ ਜਿਹੜਾ ਹੈ ਖਾਤਮਾ ਹੋਇਆ, ਕਿਉਂਕਿ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਸੇਵੇ ਅੰਤ ਲਈ ਛਡਾਇਆ। ਸੋ ਕੱਲ ਨੂੰ ਆਪਾਂ ਹੋਲੇ ਮਹੱਲੇ ਦੀ ਵਿਚਾਰ ਜਿਹੜੀ ਉਹ ਸਾਂਝੀ ਕਰਾਂਗੇ। ਤੋ ਸਤਿਗੁਰਾਂ ਨੇ ਇਸ ਜੋਸ਼ ਨੂੰ, ਬੱਚਿਆਂ ਵਿੱਚ ਬੜਾ ਜੋਸ਼ ਹੈ ਨਾ, ਮੋਟਰਸਾਈਕਲਾਂ ਦੇ 4-4 5-5 ਭੱਜੇ ਫਿਰਦੇ ਆ, ਉੱਥੇ ਵੀ ਰੰਗ ਪਾਉਣਾ, ਉੱਥੇ ਵੀ ਪਾਉਣਾ, ਉੱਥੇ ਵੀ ਪਾਉਣਾ, ਕੋਈ ਰਹਿ ਨਾ ਜਾਵੇ। ਇਹ ਜੋਸ਼ ਆ ਇੱਕ ਜਵਾਨੀ ਦੇ ਵਿੱਚ। ਗੁਰੂ ਸਾਹਿਬ ਨੇ ਇਹ ਜੋਸ਼ ਨੂੰ ਡਾਇਰੈਕਸ਼ਨ ਦੇ ਕੇ ਹੋਲੀ ਤੋਂ ਹੋਲਾ ਮਹੱਲਾ ਬਣਾਇਆ। ਇਹਦੀ ਵਿਚਾਰ ਆਪਾਂ ਕੱਲ ਨੂੰ ਸਾਂਝੀ ਕਰਾਂਗੇ। ਹੁਣ ਵਿਚਾਰਾਂ ਸਮਾਪਤੀ ਤੇ ਆ। ਖੈਰ
ਰਾਮ ਕੋਇਲ ਜੀ ਕਹਿਣ ਲੱਗੇ, ਅਦਭੁਤ ਲੀਲਾ ਕਰਤ ਗੁਸਾਈ, ਦੇਖ ਦੇਖ ਜਗ ਰਹਿ ਬਿਸਮਾਈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਅਨੋਖੇ ਕੌਤਕ ਕਰਦੇ ਰਹੇ ਆਪਣੇ ਜੀਵਨ ਦੇ ਵਿੱਚ, ਜਿਨ੍ਹਾਂ ਨੂੰ ਦੇਖ ਕੇ ਦੁਨੀਆ ਹੈਰਾਨ ਹੋ ਜਾਂਦੇ ਸੀ। ਸਗਲ ਕਲਾ ਸਮਰੱਥ ਬਲ ਭਾਰੇ, ਵਰਤੇ ਮਾਨਕ ਤਨ ਅਨਸਾਰੇ। ਸਰਬ ਕਲਾ ਸਮਰੱਥ ਸ਼ਕਤੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਵਿੱਚ ਪਤਾ ਨਹੀਂ ਕਿੰਨੀਆਂ ਸ਼ਕਤੀਆਂ ਸਨ। ਰਾਮ ਕੋਇਲ ਜੀ ਕਹਿੰਦੇ, ਪਰ ਰਹਿੰਦੇ ਸੀ ਇੱਕ ਮਨੁੱਖ ਦੀ ਤਰ੍ਹਾਂ, ਕਿਉਂਕਿ ਮਨੁੱਖ ਜਾਮਾ ਲੈ ਕੇ ਆਏ ਸੀ, ਪਰਮੇਸ਼ਰ ਦੇ ਭਾਣੇ ਵਿੱਚ ਵਰਤਦੇ ਰਹੇ। ਭੂਤ ਭਵਿਖਿ ਅਤੇ ਅੰਤਰ ਜਾਮੀ, ਪੁਰਵੇ ਸਕਲ ਕਾਮਨਾ ਸੁਆਮੀ। ਉਹ ਤਾਂ ਤਿੰਨਾਂ ਸਮਿਆਂ ਦੇ ਜਾਣਕਾਰ ਸਨ, ਅੰਤਰਜਾਮੀ ਸਨ, ਔਰ ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ ਹਨ। ਐਤ ਸਮਾਵੇਂ ਦਰਸ਼ਨ ਦੀਤ, ਸਿੱਖ ਸੰਗਤ ਚਿਤ ਬਾਚਤ ਲੇਤ। ਔਰ ਰੋਜ਼ਾਨਾ ਆ ਕੇ ਸਭਾ ਦੇ ਵਿੱਚ ਬੈਠਦੇ ਹਨ, ਸਿੱਖ ਸੰਗਤਾਂ ਨੂੰ ਮਨ ਬਾਂਛਿਤ ਫਲ ਦਿੰਦੇ ਹਨ। ਗੁਣੀ ਕਵੀਸ਼ਵਰ ਪੰਡਤ ਕਾਨੇ, ਵਰਨੇ ਗੁਰ ਗਾਥਾ ਅਨ ਸੁਣੇ। ਸਤਿਗੁਰਾਂ ਦੇ ਚਰਨਾਂ ਵਿੱਚ ਪਤਾ ਨਹੀਂ ਕਿੰਨੇ ਗੁਣੀ ਕਵੀ ਕਵੀਸ਼ਰ ਪੰਡਤ ਗਿਆਨਵਾਨ ਲੋਕ ਸ਼ਰਨ ਵਿੱਚ ਆਉਂਦੇ ਤੇ ਗੁਰੂ ਦੀ ਗਾਥਾ ਨੂੰ ਵਰਣਨ ਕਰਦੇ ਹਨ। ਕੀਰਤ ਕੀ ਕਲ ਕਰੇ ਕਬਿਤ, ਆਨ ਸੁਨਾਏ ਵਿਚਿਤ੍ਰ ਪਵਿੱਤ। ਗੁਰੂ ਦੀ ਸਿਫਤ ਦੇ ਅਨੇਕਾਂ ਕਵਿਤਾਵਾਂ ਬਣਾ ਕੇ ਲਿਆਉਂਦੇ ਤੇ ਗੁਰੂ ਦੀ ਸਭਾ ਵਿੱਚ ਸੁਣਾ ਕੇ ਗੁਰੂ ਤੋਂ ਖੁਸ਼ੇ ਲੈਂਦੇ। ਬਖਸ਼ੇ ਕੰਚਨ ਜੀਨ ਤੁਰੰਗ, ਜੀਵਰ ਜਰੇ ਜਵਾਹਰ ਸੰਗ। ਦੇਖੋ ਉਸ ਕਵਿਤਾ ਦਾ ਮੁੱਲ, ਪਾਤਸ਼ਾਹ ਕਹਿੰਦੇ ਨਾ ਅਮੁੱਲ ਗੁਣ ਅਮੁੱਲ ਵਪਾਰ। ਇੱਥੇ ਤਾਂ ਸਹਿਜ ਪਾਠ ਦੇ ਪੈਸੇ ਦੱਸ ਦਿਓ, ਬਾਬਾ ਜੀ ਇੰਨੇ ਪੈਸੇ, ਤੁਸੀਂ ਤਾਂ ਬਾਹਲਾ ਹੀ ਲਾਲਚ ਕਰਦੇ ਹੋ। ਉਹ ਸਤਨਾਮ। ਤੇ ਗੁਰੂ ਸਾਹਿਬ ਕਵਿਤਾ ਸੁਣ ਕੇ ਦਿੰਦੇ ਕੀ ਸੀਗੇ? ਕਾਠੀਆਂ ਸਮੇਤ ਘੋੜੇ। ਕੋ ਸਤਨਾਮ। ਹੋਰ ਬੇਅੰਤ ਸੋਨਾ ਚਾਂਦੀ, ਜੇਵਰ ਜਰੇ ਜਵਾਹਰ ਸੰਗ, ਔਰ ਗਹਿਣੇ ਚੱਕ ਕੇ ਲੈ ਵੀ ਕਵੀਆ ਤੂੰ ਆ ਲੈ ਜਾ। ਇੱਕ ਵਾਰੀ ਕਵੀ ਬੈਠਾ, ਆਪਾਂ ਵਿਚਾਰ ਇੱਥੇ ਰੋਕਾਂਗੇ। ਫਿਰ ਕਵੀ ਨੂੰ ਪਾਤਸ਼ਾਹ ਨੇ ਖੁਸ਼ੀ ਵਿੱਚ ਹਾਥੀ ਦੇਤਾ। ਪਹਿਲਾਂ ਉਹ ਰੋਈ ਜਾਂਦਾ ਸੀ ਬੈਠਾ। ਪਾਤਸ਼ਾਹ ਕਹਿੰਦੇ ਆਲਮ ਸਿਆ ਇਹਨੂੰ ਆਪਣਾ ਹਾਥੀ ਦੇ ਦਿਓ। ਉਹ ਉੱਚੀ ਚੰਗਿਆਣਾ ਹੋਰ ਮਾਰਨ ਲੱਗ ਪਿਆ। ਕੋ ਸਤਨਾਮ। ਕਹਿੰਦੇ ਭਲਿਆ ਮਾਨਸਾ ਤੈਨੂੰ ਹਾਥੀ ਦੇਤਾ, ਹੁਣ ਕਿਉਂ ਰੋਣਾ? ਕਹਿੰਦਾ ਰੋਟੀ ਤਾਂ ਆਪਦੀ ਨਹੀਂ ਪੂਰੀ ਹੁੰਦੀ, ਇਹਨੂੰ ਕਿੱਥੋਂ ਖਵਾਉਂਗਾ? ਕਹਿੰਦੇ ਅੱਛਾ ਸਾਧ ਸੰਗਤ ਜੀ, ਇਸ ਕਵੀ ਦੇ ਹਾਥੀ ਦਾ ਖਰਚਾ ਤੁਸੀਂ ਦੇਣਾ ਹੋਊਗਾ। ਤੇ ਅੱਜ ਆਪਾਂ ਦਿੰਦੇ ਆ ਨਾ ਕਵੀਸ਼ਰਾਂ ਨੂੰ, ਆ ਜਿਵੇਂ ਤੁਸੀਂ ਥੋੜੀ ਭੇਟਾ ਦਿੱਤੀ ਆ, ਤਾਂ ਇਸ ਤਰ੍ਹਾਂ ਭੇਟਾ ਤੁਹਾਡੇ ਰਾਹੀਂ ਗੁਰੂ ਹੀ ਕਵੀਆਂ ਨੂੰ, ਕਵੀਸ਼ਰਾਂ ਨੂੰ, ਢਾਡੀਆਂ ਨੂੰ ਤੁਹਾਡੇ ਰਾਹੀਂ ਦੇ ਰਿਹਾ ਅੱਜ ਵੀ। ਕਵੀ ਨੇ ਕਿਹਾ ਮਹਾਰਾਜ ਅੱਜ ਤਾਂ ਤੁਸੀਂ ਐਡੀਆਂ ਐਡੀਆਂ ਦਾਤਾਂ ਦਿੰਦੇ ਹੋ, ਤੁਹਾਡੇ ਜਾਣ ਬਾਅਦ ਕੀ ਹੋਊਗਾ? ਕਹਿੰਦੇ ਮੈਂ ਸੰਗਤ ਵਿੱਚ ਵਰਤੂੰਗਾ, ਫਿਰ ਸੰਗਤਾਂ ਦਿਆ ਕਰਨਗੀਆਂ। ਕੋ ਸਤਨਾਮ। ਸੋ ਖੈਰ ਵਿਚਾਰਾ ਇੱਥੇ ਰੋਕਦੇ ਆ, ਰਹਿੰਦੀ ਵਿਚਾਰ ਆਪਾਂ ਕੱਲ ਦੇ ਦੀਵਾਨਾ ਵੀ ਸਰਵਣ ਕਰਾਂਗੇ। ਪਾਤਸ਼ਾਹ ਜੀ ਕੀ ਦਿੰਦੇ ਹਨ ਹੋਰ? ਬਖਸ਼ੇ ਕੰਚਨ ਜੀਨ ਤੁਰੰਗ, ਜੀਵਰ ਜਰੇ ਜਵਾਹਰ ਸੰਗ। ਔਰ ਘੋੜੇ ਸੋਨੇ ਦੀਆਂ ਕਾਠੀਆਂ ਵਾਲੇ, ਹੀਰੇ ਜਵਾਹਰਾਤਾਂ ਦੇ ਗਹਿਣੇ ਦੇ ਦਿੰਦੇ। ਦਰਦ ਬਿਰੰਦ ਮੁਕਤਾ ਬਰਹੀਰੰ, ਪਸਮ ਰੇਸ਼ਮੀ ਸੁਖਮ ਚੀਰੰ। ਸੂਖਮ ਕੱਪੜੇ ਜੋ ਸੰਗਤਾਂ ਆ ਕੇ ਭੇਟਾ ਕਰਦੀਆਂ ਰੇਸ਼ਮੀ, ਆਪੋ ਆਪਣੇ ਇਲਾਕਿਆਂ ਦੇ ਲਿਆ ਕੇ ਉਹ ਨਾਲ ਦੀ ਨਾਲ ਸੰਗਤਾਂ ਨੂੰ ਵੰਡ ਦਿੰਦੇ। ਪਾਤਸ਼ਾਹ ਹੁਣੇ ਕਾਕੀ ਘਰ ਤੇ ਆਵੈ, ਸੈਨ ਸੇਵਕਨ ਸਹਿਤ ਸਿਦਾਵੈ। ਕਹਿਣ ਲੱਗੇ ਉਥੋਂ ਗੁਣੀ ਆਉਂਦੇ ਆਪਣੇ ਘਰੋਂ ਇੱਕ ਨੌਕਰਾਂ ਦੀ ਨਿਆਈ, ਤੇ ਇਥੋਂ ਰਾਜੇ ਬਣਾ ਕੇ ਭੇਜਦਾ ਹੈ। ਕੋ ਸਤਨਾਮ। ਸੈਨਾ ਸਮੇਤ ਸਿੱਧ ਮੇਖਲਾ ਅਵਨੀ ਸਾਰੇ, ਕੀਰਤ ਪਸਰੇ ਸਸ ਉਜਿਆਰੇ। ਔਰ ਸਾਰੀ ਧਰਤੀ ਤੇ ਦਸਵੇਂ ਪਾਤਸ਼ਾਹ ਜੀ ਦੀ ਸਿਫਤਾਂ ਫੈਲ ਗਈ, ਜਿਵੇਂ ਪੂਰਨਮਾਸ਼ੀ ਦੀ ਚੰਦਰਮਾ ਦੀ ਚਾਨਣੀ ਫੈਲਦੀ ਹੈ। ਆਤੋ ਉਦਾਰਤਾ ਬਰਨੇ ਜੈ ਕੈ, ਮਹਿਦ ਬੀਰਤਾ ਸਮਨੈ ਮੈਂ ਉਹਨਾਂ ਦੀ ਦਿਆਲਤਾ ਅਤੇ ਵੀਰਤਾ ਦੀ ਗੱਲ ਪੂਰੀ ਨਹੀਂ ਕਰ ਸਕਦਾ, ਉਹਨਾਂ ਦੇ ਗੁਣਾਂ ਨੂੰ ਪੂਰੇ ਨਹੀਂ ਕਹਿ ਸਕਦਾ। ਕਿੰਨੇ ਗੁਣਾਂ ਦੇ ਮਾਲਕ ਹੈ ਉਹ ਦੋਹੇਰਾ। ਇੱਕ ਦਿਨ ਕਲ ਕੀ ਤਰ ਨਿਕਟ, ਸਿੱਖ ਸਿੱਖ ਨੇ ਬ੍ਰਿੰਦ। ਇੱਕ ਦਿਨ ਗੁਰੂ ਸਾਹਿਬ ਕੋਲੇ ਬਹੁਤ ਸਾਰੇ ਸਿੱਖ ਤੇ ਸਿੱਖਣੀਆਂ ਬੈਠੇ ਹਨ। ਸ੍ਰੀ ਜੀਤੋ ਤਨ ਤਜਨ ਕੋ, ਕਰਤ ਪ੍ਰਸ਼ੰਸ ਬਿਲੰਦ। ਮਾਤਾ ਜੀਤੋ ਦੀ ਗੱਲ ਚਲਾਈ ਹੈ ਇੱਥੇ, ਹੋਰ ਕੀ ਕੌਤਕ ਵਿਖਾਉਂਦੇ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्वमय पंचन गुणतास, हे संगी हे निरंकार हे निर्गुण सब
ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਐਤੀ ਹੋ ਬਨਹਾਰ ਹੇ ਸੰਤਹਿ ਕੈ ਸਦਾ ਸੰਗ ਤਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਏ ਪਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਪੂਜਾ ਸਰਬਣ ਕੀਤਾ। ਪਾਤਸ਼ਾਹ ਖੁਸ਼ੇ ਬਖਸ਼ਣ। ਬੁਲਾ ਫਤਿਹ ਪਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।